ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾ। ਦਿਨ ਰੈਣ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਆਪ ਤਿਆਗ ਸਰਣੀ ਪਵਾਂ, ਮੁਖ ਬੋਲੀ ਮਿੱਠੜੇ ਵੈਣ। ਸੇਵੀ ਸਤਿਗੁਰ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ, ਜੋ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 136 ਅੰਗ ਤੱਕ ਪੁੱਜੀ ਹੋਈ ਹੈ। ਹੁਣ ਤੋਂ ਪਹਿਲਾਂ ਗੁਰੂ ਕਿਰਪਾ ਸਦਕਾ 12 ਮਾਹ ਜੋ ਮਾਝ ਰਾਗ ਅੰਦਰ ਹੈ, ਉਸ ਬਾਣੀ ਦੀ ਵਿਚਾਰ ਹੋ ਚੁੱਕੀ ਹੈ। 12 ਮਾਹ ਤੋਂ ਬਾਅਦ ਜੋ ਸਤਿਗੁਰੂ ਜੀ ਅੱਗੇ ਬਾਣੀ ਉਚਾਰਨ ਕਰਦੇ ਹਨ, ਹਜ਼ੂਰ ਦੀ ਬਖਸ਼ਿਸ਼ ਨਾਲ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਮਾਝ ਮਹੱਲਾ ਪੰਜਵਾ। ਮਾਝ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਅਤੇ ਨਿਮਰਤਾ ਦੀ ਹੱਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਬਚਨ ਹਨ। ਦਿਨ ਰੈਣ ਇਸ ਬਾਣੀ ਦਾ ਸਿਰਲੇਖ ਹੈ। ਇਸ ਦਾ ਨਾਮ ਹੈ ਦਿਨ ਰੈਣ, ਯਾਨੀ ਕਿ ਦਿਨ ਤੇ ਰਾਤ ਰਾਹੀਂ ਉਪਦੇਸ਼ ਸਤਿਗੁਰੂ ਜੀ ਸਾਨੂੰ ਬਖਸ਼ ਰਹੇ ਨੇ ਵੀ ਦਿਨ ਤੇ ਰਾਤ ਨੂੰ ਕਿਵੇਂ ਅਸੀਂ ਸਫਲਾ ਕਰਨਾ। ਸਾਡੀ ਜ਼ਿੰਦਗੀ ਦੇ ਜਿੰਨੇ ਦਿਨ ਅਤੇ ਜਿੰਨੀਆਂ ਰਾਤਾਂ ਸਾਨੂੰ ਨਸੀਬ ਹੋਈਆਂ, ਪ੍ਰਾਪਤ ਹੋਈਆਂ ਹਨ, ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈਆਂ ਹਨ, ਇਹਨਾਂ ਸਾਰੇ ਦਿਨਾਂ ਦੇ ਵਿੱਚ ਅਤੇ ਰਾਤਾਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪ੍ਰਮਾਤਮਾ ਅਕਾਲ ਪੁਰਖ ਬ੍ਰਹਮ ਵਾਹਿਗੁਰੂ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਆਪਣੇ ਵਿੱਚ ਵਾਸਾ ਦੇਣ ਵਾਲਾ ਹੈ, ਸਾਰਿਆਂ ਵਿੱਚ ਆਪ ਸਮਾਇਆ ਹੋਇਆ। ਓਤ ਪੋਤ ਜਗ ਰਹਿਆ ਸਮਾਈ, ਤਾਣੇ ਪੇਟੇ ਵਾਂਗ ਜੋ ਪਸਰਿਆ ਹੋਇਆ ਵਾਹਿਗੁਰੂ। ਸਤਿਗੁਰ ਪ੍ਰਸਾਦ ਜੋ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਮੇਰੀ ਇਹ ਇੱਛਾ ਹੈ, ਮੇਰੀ ਲੋਚਾ ਤਮੰਨਾ ਹੈ, ਹੇ ਵਾਹਿਗੁਰੂ, ਕਿ ਮੈਂ ਆਪਣੇ ਸਤਿਗੁਰੂ ਨੂੰ ਸੇਵਾਂ, ਆਪਣੇ ਸਤਿਗੁਰੂ ਦੀ ਟਹਿਲ ਸੇਵਾ ਕਮਾਵਾਂ। ਮੈਂ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਪਿਆ ਰਹਾਂ। ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਹੇ ਵਾਹਿਗੁਰੂ ਜੀ, ਹੇ ਹਰੀ ਜੀ, ਆਪ ਜੀ ਦਾ ਮੈਂ ਸਿਮਰਨ ਕਰਾਂ ਸਾਰੇ ਦਿਨ ਅਤੇ ਸਾਰੀਆਂ ਰਾਤਾਂ। ਸਾਰੀ ਰਾਤ, ਸਾਰਾ ਦਿਨ, ਜਿੰਨੇ ਵੀ ਦਿਨ ਅਤੇ ਰਾਤਾਂ ਮੈਨੂੰ ਪ੍ਰਾਪਤ ਹੋਈਆਂ ਆਪ ਜੀ ਵੱਲੋਂ, ਉਹਨਾਂ ਸਾਰਿਆਂ ਦਿਨਾਂ ਦੇ ਵਿੱਚ ਅਤੇ ਸਾਰੀਆਂ ਰਾਤਾਂ ਅੰਦਰ ਹੇ ਵਾਹਿਗੁਰੂ ਹਰੀ ਜੀ, ਤੁਹਾਡਾ ਹੀ ਮੈਂ ਸਿਮਰਨ ਕਰਦਾ ਰਹਾਂ। ਆਪ ਤਿਆਗ ਸਰਣੀ ਪਵਾਂ, ਮੁਖ ਬੋਲੀ ਮਿੱਠੜੇ ਵਹਿਣ। ਆਪਾ ਭਾਵ ਸਵੈ ਹੰਗਤਾ ਦੀ ਨਿਵਰਤੀ ਕਰਕੇ, ਸਵੈ ਹੰਗਤਾ ਆਪਣੇ ਨਿੱਜ ਦੀ ਹਉਮੈ ਨੂੰ, ਹੰਕਾਰ ਨੂੰ ਤਿਆਗ ਕੇ, ਆਪਣੇ ਅੰਦਰੋਂ ਛੱਡ ਕੇ ਅਤੇ ਮਨੋ ਤਨੋ ਹੋ ਕੇ ਹਮੇਸ਼ਾ ਆਪ ਜੀ ਦੀ ਸ਼ਰਨ ਵਿੱਚ ਮੈਂ ਪੈ ਜਾਵਾਂ। ਅਤੇ ਇਹ ਜਿਹੜਾ ਮੂੰਹ ਤੁਸਾਂ ਮੈਨੂੰ ਬਖਸ਼ਿਆ, ਜ਼ਬਾਨ ਬਖਸ਼ੀ ਹੈ, ਇਸ ਮੁੱਖ ਦੇ ਵਿੱਚ ਜੋ ਜੀਭ ਹੈ, ਇਹਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਨਾਮ ਸੰਬੰਧੀ, ਤੁਹਾਡੀ ਵਡਿਆਈ ਸੰਬੰਧੀ, ਤੁਹਾਡੇ ਜਸ ਦੇ ਵਾਲੇ ਮਿੱਠੇ ਮਿੱਠੇ ਵੈਣ ਨਾਮ ਬਚਨਾਂ ਦਾ ਹੈ।
ਤੇ ਜਿਵੇਂ ਮਾਲਵੇ ਦੇ ਵਿੱਚ ਕਈ ਵਾਰੀ ਵੱਵੇ ਦੇ ਥਾਂ ਬੱਬਾ ਬੋਲਦੇ ਨੇ ਤੇ ਬੱਬੇ ਦੇ ਥਾਂ ਵਵਾ ਅੱਖਰ ਬੋਲਦੇ ਨੇ। ਇਸ ਪ੍ਰਕਾਰ ਬੈਣ ਬਚਨ ਮਿੱਠੜੇ ਮਿੱਠੇ ਬੈਣ ਬਚਨ ਮੈਂ ਬੋਲਾਂ ਤੁਹਾਡੀ ਵਡਿਆਈ ਦੇ, ਤੁਹਾਡੀ ਕੀਰਤੀ ਦੇ, ਤੁਹਾਡੇ ਗੁਣਾਂ ਨੂੰ। ਸੋ ਸੱਚੇ ਪਾਤਸ਼ਾਹ ਤੁਹਾਡੀ ਸਿਫਤੋ ਸਿਫਾਤ ਨੂੰ, ਤੁਹਾਡੇ ਨਾਮ ਦੇ ਬੋਲਾਂ ਨੂੰ ਮੈਂ ਬੋਲਾਂ। ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ। ਹੇ ਹਰੀ ਜੀ, ਹੇ ਮੇਰੇ ਇਸ ਸੰਸਾਰ ਦੇ ਵਿੱਚ ਸੱਜਣ ਜੀ, ਹੇ ਮੇਰੇ ਪ੍ਰਲੋਕ ਦੇ ਸੈਣ ਸਾਥੀ ਸੰਗੀ। ਲੋਕ ਪ੍ਰਲੋਕ ਦੇ ਸੱਜਣ ਅਤੇ ਲੋਕ ਪ੍ਰਲੋਕ ਵਿੱਚ ਸੰਗ ਰਹਿ ਕੇ ਸਾਥ ਦੇਣ ਵਾਲੇ, ਸਹਾਇਤਾ ਕਰਨ ਵਾਲੇ, ਹੇ ਹਰੀ ਜੀ, ਇਹ ਜੀਵ ਜਨਮਾਂ ਜਨਮਾਂਤਰਾਂ ਦਾ ਤੁਹਾਥੋਂ ਵਿਛੜਿਆ ਹੋਇਆ, ਯਾਨੀ ਆਪਣੇ ਬਾਰੇ ਕਹਿ ਰਹੇ, ਸਾਨੂੰ ਸਿੱਖਿਆ ਦੇ ਰਹੇ ਨੇ ਕਿ ਇੰਝ ਬੇਨਤੀ ਕਰੋ ਕਿ ਮਹਾਰਾਜ ਇਹ ਨਚੀਜ ਜੀਵ ਆਪ ਜੀ ਤੋਂ ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਹੈ, ਵਿਛੁੰਨਿਆ ਹੈ, ਅਤੇ ਤੁਸੀਂ ਹਰੀ ਜੀ ਸੱਜਣ ਬਣ ਕੇ, ਲੋਕ ਪ੍ਰਲੋਕ ਦੇ ਸਾਥੀ ਬਣ ਕੇ ਸੱਚੇ ਪਾਤਸ਼ਾਹ ਮੈਨੂੰ ਮੇਲ ਲਵੋ ਆਪਣੇ ਨਾਲ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ। ਹਜ਼ੂਰ ਪ੍ਰੇਰਨਾ ਦਿੰਦੇ ਹੋਏ ਸਾਰੀਆਂ ਜੀਵ ਰੂਪ ਇਸਤਰੀਆਂ ਕਹਿੰਦੇ ਭੈਣਾਂ ਹਨ ਸਾਡੀਆਂ ਇਸਤਰੀਆਂ, ਅਸੀਂ ਵੀ ਜੀਵ ਰੂਪ ਇਸਤਰੀਆਂ। ਹੇ ਭੈਣ ਜੀ, ਜਿਹੜੇ ਜੀਵ ਹਰੀ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਨਾ, ਵਾਹਿਗੁਰੂ ਦੇ ਸਿਮਰਨ ਤੋਂ, ਵਾਹਿਗੁਰੂ ਦੀ ਯਾਦ ਤੋਂ, ਵਾਹਿਗੁਰੂ ਦੇ ਚੇਤੇ ਤੋਂ ਵਾਂਝੇ ਹਨ, ਖਾਲੀ ਹਨ, ਵਾਹਿਗੁਰੂ ਤੋਂ ਵਿਛੋੜਾ ਪਿਆ ਹੋਇਆ ਜਿਨ੍ਹਾਂ ਦਾ, ਉਹ ਸੁਖਪੂਰਵਕ ਨਹੀਂ ਵਸਦੇ ਹਨ। ਉਹਨਾਂ ਦਾ ਵਾਸਾ ਸੁਖ ਦੇ ਵਿੱਚ ਨਹੀਂ ਹੁੰਦਾ। ਜ਼ਿੰਦਗੀ ਤਾਂ ਸਾਰੇ ਗੁਜ਼ਾਰਦੇ ਹੀ ਨੇ, ਪਰ ਉਹਨਾਂ ਨੂੰ ਕਦੇ ਵੀ ਸੁਖ ਨਸੀਬ ਨਹੀਂ ਹੁੰਦਾ ਜਿਹੜੇ ਜੀਵ ਵਾਹਿਗੁਰੂ ਤੋਂ ਵਿਛੜੇ ਰਹਿੰਦੇ ਹਨ। ਜਿਹੜੀਆਂ ਜਿੰਦਾਂ ਵਾਹਿਗੁਰੂ ਤੋਂ ਵਿਛੜੀਆਂ ਰਹਿੰਦੀਆਂ, ਹੇ ਭੈਣ, ਉਹ ਸੁਖ ਦੇ ਵਿੱਚ ਨਹੀਂ ਵਸਦੀਆਂ। ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿੱਠੇ ਸਭ ਗੈਣ। ਹਰੀ ਅਕਾਲ ਪੁਰਖ ਜੋ ਪਿਰ ਪਤੀ ਹੈ, ਖਸਮ ਹੈ ਸਾਡਾ ਸਾਰਿਆਂ ਜੀਆਂ ਦਾ, ਉਸ ਤੋਂ ਬਗੈਰ ਚੈਨ, ਸ਼ਾਂਤੀ, ਸੁਖ ਕਦੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਖੋਜ ਡਿੱਠੇ ਸਭ ਗੈਣ। ਇਸ ਸ਼ਾਂਤੀ ਲਈ, ਸੁਖ ਦੀ ਪ੍ਰਾਪਤੀ ਲਈ, ਟਿਕਾ ਵਾਲੀ ਅਵਸਥਾ ਪ੍ਰਾਪਤ ਕਰਨ ਲਈ ਸਾਰੀ ਧਰਤੀ, ਸਾਰੇ ਅਸਮਾਨ ਮੈਂ ਖੋਜ ਡਿੱਠੇ ਹਨ। ਗੈਣ ਦਾ ਅਰਥ ਵੈਸੇ ਅਸਮਾਨ ਹੀ ਹੈ। ਸਭ ਗੈਣ ਅਭਾਵ ਅਸਮਾਨ ਤੱਕ ਸਾਰਾ ਕੁਝ ਖੋਜ ਕੇ ਵੇਖਿਆ। ਧਰਤੀ ਦਾ ਕੋਨਾ ਕੋਨਾ, ਜਿੱਥੋਂ ਤੱਕ ਅਸਮਾਨ ਤੱਕ ਪਹੁੰਚ ਹੋ ਸਕਦੀ ਹੈ, ਆਕਾਸ਼ ਦੇ ਵਿੱਚ ਜਿਹੜੀਆਂ ਪੁਰੀਆਂ ਹਨ, ਭਵਨ ਹਨ, ਸਭ ਖੋਜ ਕੇ ਵੇਖ ਲਏ ਹਨ। ਕਿਤੇ ਵੀ ਵਾਹਿਗੁਰੂ ਪਰਮਾਤਮਾ ਦੇ ਸਿਮਰਨ, ਪਤੀ ਅਕਾਲ ਪੁਰਖ ਦੇ ਮਿਲਾਪ ਤੋਂ ਬਗੈਰ ਕਿਤੇ ਵੀ ਚੈਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਟਿਕਾ, ਸ਼ਾਂਤੀ, ਸੁਖ, ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਆਪ ਕਮਾਣਾ ਵਿਛੜੀ ਦੋਸ ਨਾ ਕਾਹੂ ਦੇਣ। ਕਹਿੰਦੇ ਵਿਛੋੜਾ ਕਿਉਂ ਪਿਆ? ਜਿਸ ਪਰਮਾਤਮਾ ਤੋਂ ਬਗੈਰ ਸੁਖ ਹੈ ਹੀ ਨਹੀਂ, ਫਿਰ ਵਿਛੋੜਾ ਕਿਉਂ ਪੈ ਗਿਆ? ਤਾਂ ਹਜ਼ੂਰ ਦੱਸ ਰਹੇ ਨੇ ਇਸ ਜੀਵ ਦੀ ਹਾਲਤ ਕਿ ਆਪਣੇ ਜਿਹੜੇ ਕਰਮ ਕਮਾਏ ਹੋਏ ਨੇ ਨਾ, ਆਪ ਕਮਾਣਾ ਵਿਛੜੀ, ਜਿਵੇਂ ਪਿੱਛੇ ਬਚਨ ਆ ਰਹੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਸੋ ਇਸ ਪ੍ਰਕਾਰ ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਸੋ ਇਸ ਪ੍ਰਕਾਰ ਹਜ਼ੂਰ ਇੱਥੇ ਵੀ ਫਰਮਾ ਰਹੇ ਨੇ ਕਿ ਆਪ ਕਮਾਣਾ, ਆਪਣੇ ਕਰਮਾਂ ਦੀ ਕਮਾਈ ਜਿਹੜੀ ਕੀਤੀ ਹੈ ਨਾ, ਜੋ ਕੁਛ ਆਪ ਕਮਾਇਆ ਹੈ, ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸੱਥ ਹੈ। ਵਾਹਿਗੁਰੂ ਪਰਮਾਤਮਾ ਦਾ ਜੀਵ ਕਰਮ ਕਮਾ ਕੇ ਲੁਕਾਉਂਦਾ ਹੈ। ਸੰਸਾਰ ਤੋਂ ਤਾਂ ਲੁਕਾਏ ਜਾ ਸਕਦੇ ਹਨ, ਪਰ ਵਾਹਿਗੁਰੂ ਅਕਾਲ ਪੁਰਖ ਤੋਂ ਕੋਈ ਕਰਮ ਲੁਕਾਇਆ ਨਹੀਂ ਜਾ ਸਕਦਾ। ਉਹਦਾ ਸਾਥ ਹੀ ਰਹਿ ਕੇ ਵੇਖਦਾ ਪਿਆ। ਇਸ ਕਰਕੇ ਆਪਣੇ ਕਰਮਾਂ ਦੀ ਜਿਹੜੀ ਕਮਾਈ ਕੀਤੀ ਹੈ, ਉਹਦੇ ਕਰਕੇ ਇਹ ਜੀਵ ਰੂਪ ਇਸਤਰੀ, ਇਹ ਜਿੰਦ ਵਿਛੜੀ ਹੋਈ ਹੈ। ਅਤੇ ਇਸ ਵਿਛੋੜੇ ਦਾ ਜਿਹੜਾ ਦੋਸ਼ ਹੈ ਨਾ, ਉਹ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਕਿਸ ਨੂੰ ਮੈਂ ਕਿਵੇਂ ਦੇਵਾਂ? ਕਰ ਕਿਰਪਾ ਪ੍ਰਭ ਰਾਖ ਲੇਹੋ, ਹੋਰ ਨਾਹੀਂ ਕਰਨ ਕਰੇਣ। ਹੇ ਪ੍ਰਭੂ ਅਕਾਲ ਪੁਰਖ ਜੀ, ਹੇ ਰੱਖਿਅਕ ਸਰੂਪ ਜੀ, ਹੇ ਮਾਲਕ ਜੀ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਸਾਨੂੰ ਰੱਖ ਲਵੋ, ਬਚਾ ਲਓ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਤੋਂ, ਜਮਾਂ ਤੋਂ ਰੱਖ ਲਵੋ ਸੱਚੇ ਪਾਤਸ਼ਾਹ, ਬਚਾ ਕਰੋ। ਆਪ ਜੀ ਤੋਂ ਬਗੈਰ ਹੋਰ ਏਡਾ ਵੱਡਾ ਕਰਨ ਕਰਾਉਣ ਦੀ ਸਮਰੱਥਾ ਵਾਲਾ ਸਾਨੂੰ ਦਿਖਾਈ ਨਹੀਂ ਦਿੰਦਾ। ਜਿੱਥੋਂ ਤੱਕ ਤੁਹਾਡੀ ਪਹੁੰਚ ਹੈ, ਸਮਰੱਥਾ ਹੈ, ਇੱਥੋਂ ਤੱਕ ਹੋਰ ਕਿਸੇ ਦੀ ਹੋ ਹੀ ਨਹੀਂ ਸਕਦੀ। ਏਡਾ ਵੱਡਾ ਕਰਨ ਕਾਰਨ ਸਮਰੱਥ ਉਹੀ ਹਿਰਦੈ ਕਾ ਆਧਾਰ। ਸਭ ਕੁਝ ਕਰਨ ਅਤੇ ਕਰਾਉਣ ਦੀ ਸਮਰੱਥਾ
ਵਾਹਿਗੁਰੂ ਪਰਮਾਤਮਾ ਦੇ ਪਾਸ ਹੀ ਹੈ। ਇਸ ਕਰਕੇ ਬੇਨਤੀ ਹੈ ਕਿ ਵਾਹਿਗੁਰੂ ਜੀ ਆਪ ਜੀ ਤੋਂ ਬਗੈਰ ਹੋਰ ਕਰਨ ਵਾਲਾ, ਕਰਾਉਣ ਵਾਲਾ, ਏਡੀ ਸਮਰੱਥਾ ਰੱਖਣ ਵਾਲਾ ਕੋਈ ਨਹੀਂ ਹੈ। ਤੁਸੀਂ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ, ਸਾਰਿਆਂ ਤੋਂ ਜੋ ਕੁਝ ਕਰਾਉਣਾ ਤੁਸੀਂ ਕਰਾਉਂਦੇ ਹੋ, ਅਤੇ ਸਾਰੀ ਕੁਦਰਤ ਵਿੱਚ ਵਰਤ ਕੇ ਸੱਚੇ ਪਾਤਸ਼ਾਹ ਜੋ ਕੁਝ ਕਰਨਾ ਹੁੰਦਾ ਤੁਸੀਂ ਕਰ ਰਹੇ ਹੋ। ਸ੍ਰਿਸ਼ਟੀ ਨੂੰ ਰਚਣ ਦੀ ਕਿਰਿਆ ਵੀ ਤੁਸੀਂ ਹੀ ਕੀਤੀ ਹੈ। ਹਰ ਤੁਧ ਵਿਣ ਖਾਕੂ ਰੂਲਣਾ, ਕਹੀਐ ਕਿੱਥੈ ਵੈਣ। ਹੇ ਹਰੀ ਅਕਾਲ ਪੁਰਖ ਜੀ, ਤੁਧ ਆਪ ਜੀ ਤੋਂ ਬਿਨ ਬਗੈਰ ਖਾਕੂ ਰੂਲਣਾ, ਜਿਹੜੀ ਖਾਕ ਹੈ ਨਾ ਮਿੱਟੀ, ਸੋ ਇਸ ਖਾਕ 'ਚ ਰਲ ਜਾਣ ਦਾ ਮਤਲਬ ਹੈ ਕਦੋਂ ਗਤੀ ਨੂੰ ਪ੍ਰਾਪਤ ਹੋਣਾ। ਜਿਵੇਂ ਕੰਗਾਲ ਹੋ ਜਾਣਾ, ਉਜੜੇ ਫਿਰਨਾ, ਖੁਆਰ ਹੋਣਾ, ਸੋ ਟੇਢੀਆਂ ਜੂਨਾਂ ਜਿਹੜਾ ਪੈਣਾ ਇਹ ਖਾਕ 'ਚ ਰਲਣਾ ਹੀ ਹੈ। ਸੋ ਇਸ ਪ੍ਰਕਾਰ ਹਰ ਤੁਧ ਵਿਣ ਖਾਕੂ ਰੂਲਣਾ, ਕਹੀਐ ਕਿੱਥੈ ਵੈਣ। ਮਹਾਰਾਜ ਅਸੀਂ ਤੁਹਾਡੇ ਤੋਂ ਬਗੈਰ ਖਾਕ 'ਚ ਰੁਲ ਜਾਵਾਂਗੇ। ਅਤੇ ਆਪਣਾ ਇਹ ਜਿਹੜਾ ਵੈਣ ਹੈ ਨਾ, ਵੈਣ ਦਾ ਅਰਥ ਹੈ ਬਚਨ। ਬਚਨ ਤੋਂ ਭਾਵ ਜਿਹੜਾ ਦੁੱਖ ਰੂਪ ਬਚਨ ਹੈ ਨਾ, ਜੋ ਸਾਡੀ ਹਾਲਤ ਹੈ, ਇਸ ਹਾਲਤ ਨੂੰ ਜਿਹੜਾ ਬਚਨ ਬੋਲ ਕੇ ਬਿਆਨ ਕਰਨਾ ਉਹ ਕਿੱਥੇ ਕਹੀਏ। ਆਪ ਜੀ ਤੋਂ ਬਗੈਰ ਕਿਸ ਦੇ ਪਾਸ ਜਾ ਕੇ ਆਪਣਾ ਦੁੱਖ ਰੋਈਏ, ਕਿਸ ਦੇ ਪਾਸ ਵਿਰਲਾਪ ਕਰੀਏ ਸੱਚੇ ਪਾਤਸ਼ਾਹ, ਕਿਸ ਦੇ ਪਾਸ ਇਹ ਤਰਲੇ ਲਈਏ। ਨਾਨਕ ਕੀ ਬੇਨੰਤੀਆ, ਹਰ ਸੁਰਜਨ ਦੇਖਾ ਨੈਣ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਸਾਡੀ ਇਹ ਬੇਨਤੀ ਹੈ ਵਾਹਿਗੁਰੂ ਜੀ, ਕਦੇ ਬਖਸ਼ਿਸ਼ ਕਰੋ ਅਤੇ ਮੈਂ ਆਪਣੇ ਨੈਣ ਜਿਹੜੇ ਨੇਤਰ ਹਨ, ਜਿਵੇਂ ਬਚਨ ਹਨ ਕਿ ਦੀਦਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ। ਜਿਹੜਾ ਦੀਦੇ ਸ਼ਬਦ ਬਣਿਆ ਅੱਖਾਂ ਵਾਸਤੇ, ਉੱਥੋਂ ਹੀ ਬਣਿਆ ਦੀਦਨੇ, ਵੇਖਣ ਦਾ ਨਾਮ ਹੈ। ਜੋ ਸਾਹਿਬ ਅਕਾਲ ਪੁਰਖ ਦੇ ਦਰਸ਼ਨ ਦੇਖਣੇ ਹਨ, ਇਸ ਅਵਸਥਾ ਦਾ ਕੋਈ ਮੁੱਲ ਨਹੀਂ ਹੈ, ਇਸ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਹੈ। ਸੋ ਇਸ ਤਰ੍ਹਾਂ ਹੈ ਵਾਹਿਗੁਰੂ ਜੀ, ਬੇਨਤੀ ਹੈ ਕਿ ਮੈਨੂੰ ਐਸੀਆਂ ਅੱਖਾਂ ਬਖਸ਼ਿਸ਼ ਕਰੋ, ਐਸੀ ਮਿਹਰ ਕਰੋ ਕਿ ਮੈਂ ਨੇਤਰਾਂ ਦੇ ਨਾਲ ਹੇ ਹਰੀ ਸੁਰਜਨ ਦੈਵੀ ਪੁਰਖ, ਹੇ ਹਰੀ ਉੱਤਮ ਪੁਰਖ ਜੀ ਆਪ ਜੀ ਦਾ ਦਰਸ਼ਨ ਕਰ ਲਵਾਂ। ਹੁਣ ਇਹ ਨੇਤਰ ਜਿਹੜੇ ਬਾਹਰੀ ਨੇਤਰ ਆ ਸਾਡੇ ਚੰਮ ਦੀਆਂ ਅੱਖਾਂ, ਇਹਨਾਂ ਦੀ ਦ੍ਰਿਸ਼ਟੀ ਦੀ ਤਾਂ ਕੋਈ ਹੱਦ ਹੈ ਅਤੇ ਵਾਹਿਗੁਰੂ ਹੱਦ ਤੋਂ ਬਗੈਰ ਹੈ। ਇਹਨਾਂ ਨੇਤਰਾਂ ਦੀ ਦ੍ਰਿਸ਼ਟੀ ਵਿੱਚ ਤਾਂ ਵਾਹਿਗੁਰੂ ਸੰਪੂਰਨ ਤੌਰ 'ਤੇ ਨਹੀਂ ਆ ਸਕਦੇ, ਪਰ ਭਗਤਾਂ ਦੀ ਭਾਵਨਾ, ਸ਼ਰਧਾ ਪੂਰੀ ਕਰਨ ਵਾਸਤੇ ਮਹਾਰਾਜ ਕੋ ਸਰੂਪ ਧਾਰ ਕੇ ਜਿਹੜਾ ਅੱਖਾਂ ਨਾਲ ਦਿਸ ਸਕੇ, ਇਉਂ ਸੱਚੇ ਪਾਤਸ਼ਾਹ ਆਪਣੀ ਮਾਇਆ ਦੁਆਰਾ ਇਉਂ ਸਰੂਪ ਧਾਰ ਕੇ ਵੀ ਦਰਸ਼ਨ ਬਖਸ਼ਦੇ ਨੇ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ, ਦੂਧ ਪੀ ਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ। ਸੋ ਇਸ ਪ੍ਰਕਾਰ ਇਹ ਨਹੀਂ ਵੀ ਦਰਸ਼ਨ ਹੁੰਦਾ ਹੀ ਨਹੀਂ, ਹੋ ਹੀ ਨਹੀਂ ਸਕਦਾ, ਨਹੀਂ। ਪਰਮਾਤਮਾ ਦੇ ਮੁਕੰਮਲ ਸਰੂਪ ਨੂੰ ਤਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਕਿ ਵਾਹਿਗੁਰੂ ਕਿੱਡਾ ਕੁ ਵੱਡਾ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਇਉਂ ਮਨੁੱਖ ਜਾਮਾ ਧਾਰ ਕੇ ਮਹਾਰਾਜ ਦਰਸ਼ਨ ਵੀ ਦਿੰਦੇ ਆ। ਜਿਵੇਂ 10 ਸਤਿਗੁਰਾਂ ਦੇ ਦਰਸ਼ਨ ਸਾਡੇ ਗੁਰਸਿੱਖ ਪਿਆਰਿਆਂ ਨੂੰ ਹੋਏ, ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸ ਰਹਿ ਕੇ ਸੇਵਾ ਕਮਾਈ, ਅਕਸਰ ਉਹ ਦਰਸ਼ਨ ਹੁੰਦੇ ਸੀ। ਪਰਮੇਸ਼ਰ ਸਰੂਪ ਹੀ ਸਨ ਸਤਿਗੁਰੂ। ਅਤੇ ਇਸੇ ਪ੍ਰਕਾਰ ਇੱਕ ਸੁਪਨ ਦਰਸ਼ਨ ਹੁੰਦਾ, ਜਿਹਦੇ ਬਾਰੇ ਭਾਈ ਵੀਰ ਸਿੰਘ ਨੇ ਲਿਖਿਆ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਮ ਦੀ ਰਹੀ ਕਲਾਈ। ਔਰ ਇਸੇ ਪ੍ਰਕਾਰ ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਸੋ ਇਸ ਪ੍ਰਕਾਰ ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ, ਬਚਨ ਰਸਾਲ ਮਦ ਮਦਰ ਪੀ ਆਏ हैं। सोबत सहजासन बिलासन ਦਾ ਅੰਕ ਮਾਲ, ਪ੍ਰੇਮ ਰਸ ਬਿਸਮੋਏ ਸਹਿਜ ਸਮਾਏ हैं। ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨਗਤ ਬਿਰਹ ਜਗਾਏ हैं। ਸੋ ਜਿਵੇਂ ਕਾਂਸ਼ੀ ਵਿਖੇ ਉਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਸੀ, ਸੋ ਇਸ ਤਰ੍ਹਾਂ ਸੁਪਨੇ 'ਚ ਦਰਸ਼ਨ ਹੁੰਦੇ ਆ। ਚਿੱਤਰ ਦਰਸ਼ਨ, ਜਿਸ ਇਸ਼ਟ ਦੇ ਨਾਲ ਪਿਆਰ ਹੈ ਉਹਦੇ ਚਿੱਤਰ ਬਾਰੇ ਚਿਤਵਨੀ ਕਰਨੀ, ਅਤੇ ਇਸ ਪ੍ਰਕਾਰ ਉਹਦੇ ਸਰੂਪ ਦਾ ਦਰਸ਼ਨ ਚਿੱਤਰ ਦਾ। ਅਤੇ ਇੱਕ ਇਸੇ ਤਰ੍ਹਾਂ ਸਾਧ ਸੰਗਤ ਜੀ ਸਰਵਣ ਦਰਸ਼ਨ ਹੈ, ਅਕਾਲ ਪੁਰਖ ਦਾ, ਸਤਿਗੁਰਾਂ ਦਾ ਜਸ ਇਤਿਹਾਸ, ਗੁਰੂ ਕੀ ਬਾਣੀ, ਪ੍ਰਮਾਤਮਾ ਦੀ ਮਹਿਮਾ ਨੂੰ ਸੁਣਨਾ, ਇਹ ਵੀ ਵਾਹਿਗੁਰੂ ਦੇ ਸਰਵਣ ਦਰਸ਼ਨ ਹਨ। ਅਤੇ ਇੱਕ ਇਸੇ ਤਰ੍ਹਾਂ ਪ੍ਰਤੱਖ ਦਰਸ਼ਨ ਵੀ ਹਨ। ਸੋ ਇਸ ਪ੍ਰਕਾਰ ਮੁਕੰਮਲ ਤੌਰ 'ਤੇ ਤਾਂ ਵਾਹਿਗੁਰੂ ਦੇ ਸੰਪੂਰਨ ਸਰੀਰ ਦੇ ਦਰਸ਼ਨ, ਸਰੂਪ ਦੇ ਦਰਸ਼ਨ ਨਹੀਂ ਹੋ ਸਕਦੇ, ਨੇਤਰ ਨਹੀਂ ਕਰ ਸਕਦੇ, ਪਰ ਭਗਤਾਂ ਦੀ ਭਾਵਨੀ ਪੂਰੀ ਕਰਨ ਵਾਸਤੇ ਮਹਾਰਾਜ ਸਰੂਪ ਧਾਰ ਕੇ ਵੀ ਦਰਸ਼ਨ ਬਖਸ਼ਦੇ ਨੇ। ਅਤੇ ਉਸ ਤਰ੍ਹਾਂ ਜਿਹੜਾ ਬ੍ਰਹਮ ਦਾ ਗਿਆਨ ਹੈ, ਨਿਰਾਵਰਨ ਬ੍ਰਹਮ ਦਾ, ਪਰਮੇਸ਼ਰ ਦਾ ਜਿਹੜਾ ਗਿਆਨ ਹੈ ਨਿਰਗੁਣ ਸਰੂਪ ਦਾ, ਇਹ ਵੀ ਦਰਸ਼ਨੀ ਹੈ। ਉਹ
ਵਿਰਾਗ ਤੇ ਵਿਵੇਕ ਦੇ ਨੇਤਰਾਂ ਨਾਲ, ਅੰਦਰਲੀਆਂ ਅੱਖਾਂ ਦੇ ਨਾਲ ਹੁੰਦਾ। ਸੋ ਵਿਰਾਗ ਤੇ ਵਿਵੇਕ ਰੂਪੀ ਅੱਖਾਂ ਪ੍ਰਾਪਤ ਹੋ ਜਾਣ ਤਾਂ ਵਾਹਿਗੁਰੂ ਦਾ ਦਰਸ਼ਨ ਹੁੰਦਾ ਹੈ, ਨਿਰਗੁਣ ਬ੍ਰਹਮ ਦਾ ਸਾਰੇ ਸਮਾਇਆ ਹੋਇਆ ਪ੍ਰਮਾਤਮਾ ਹੀ ਪ੍ਰਤੀਤ ਹੁੰਦਾ, ਅਨੁਭਵੀ ਗਿਆਨ। ਸੋ ਇਸ ਪ੍ਰਕਾਰ ਇੱਥੇ ਮਹਾਰਾਜ ਅੰਤਰੀਵ ਦਰਸ਼ਨ ਬਖਸ਼ੋ, ਅੰਤਰੀਵ ਨੇਤਰ ਬਖਸ਼ ਦਿਓ। ਮਨ ਬੁੱਧ ਰੂਪੀ ਨੇਤਰਾਂ ਜਿਹੜੇ ਭਰਮ ਦੇ ਫੋਲੇ ਪਏ ਨੇ ਦੂਰ ਕਾ ਹੋ ਜਾਣ ਅਤੇ ਉਹਨਾਂ ਮਨ ਬੁੱਧ ਰੂਪੀ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰੀਏ। ਦੈਵੀ ਪੁਰਖ ਉਤਮ ਪੁਰਖ ਵਾਹਿਗੁਰੂ ਜੀ ਤੁਹਾਡੇ, ਔਰ ਇਸੇ ਪ੍ਰਕਾਰ ਜਿਹੜੇ ਵਿਰਾਗ ਤੇ ਵਿਵੇਕ ਦੇ ਨੇਤਰਾਂ ਉਹਨਾਂ ਨੂੰ ਦਰਸ਼ਨ ਕਰੀਏ। ਅਤੇ ਪ੍ਰਤੱਖ ਵੀ ਮਹਾਰਾਜ ਸਾਡੀ ਭਾਵਨਾ ਜਿਸ ਵੇਲੇ ਪ੍ਰਬਲ ਹੋਵੇ ਦਰਸ਼ਨ ਕਰਨ ਦੀ, ਤਾਂ ਇਹਨਾਂ ਨੇਤਰਾਂ ਦੇ ਨਾਲ ਵੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰੀਏ। ਇਹ ਉਤਮ ਪੁਰਖ ਵਾਹਿਗੁਰੂ ਦੈਵੀ ਪੁਰਖ ਪਰਮਾਤਮਾ ਜੀ। ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ। ਹਰੀ ਪਰਮਾਤਮਾ ਜੋ ਸਮਰੱਥ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਸਭ ਕੁਛ ਕਰਨ ਦੀ ਸਮਰੱਥਾ ਤੇ ਪੁਰਖ ਪੂਰਨ ਹੈ, ਅਪਾਰ ਪਾਰਾਵਾਰ ਤੁਰੈਤ ਬੇਅੰਤ ਹੈ ਜੋ ਵਾਹਿਗੁਰੂ। ਜੀ ਕੀ ਬਿਰਥਾ ਸੋ ਸੁਣੇ। ਜੀ ਜਿੰਦ ਦੀ ਜਿਹੜੀ ਬਿਰਥਾ ਪੀੜਾ ਹੈ, ਸੋ ਉਹ ਪਰਮੇਸ਼ਰ ਅਕਾਲ ਪੁਰਖ ਹੀ ਸੁਣਦਾ ਹੈ, ਕਿਉਂਕਿ ਅੰਦਰ ਦੀ ਭਾਵਨਾ ਬਾਰੇ ਵਾਹਿਗੁਰੂ ਜੀ ਜਾਣਦੇ ਨੇ। ਸੋ ਇਸ ਪ੍ਰਕਾਰ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਜਿਵੇਂ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਅੰਦਰ ਦੀ ਭਾਵਨਾ ਬਾਰੇ, ਭਈ ਹਸਤੀ ਕੀ ਚਿੰਗਾਰ ਪਹੁੰਚਤ ਹੈ ਪਾਤਸ਼ਾਹ ਤਾਹੇ, ਚੀਟੀ ਕੀ ਪੁਕਾਰ ਪਹਿਲੇ ਸੁਨੀਅਤ ਹੈ। ਆਮ ਤੌਰ 'ਤੇ ਹਾਥੀ ਝੰਗਾੜਦਾ ਹੋਵੇ ਤਾਂ ਦੂਰ ਦੂਰ ਤੱਕ ਸੁਣਦਾ, ਕਿਉਂਕਿ ਉਹ ਸਥੂਲ ਆਵਾਜ਼ ਹੈ ਨਾ ਉਹਦੀ, ਮੁੱਖ ਤੋਂ ਜਿਹੜਾ ਬੋਲਦਾ ਉਹ ਤਾਂ ਸੁਣਦੀ ਹੈ। ਪਰ ਕੀੜੀ ਦੀ ਆਵਾਜ਼ ਕਦੇ ਕਿਸੇ ਨੇ ਸੁਣੀ ਨਹੀਂ, ਇੰਨੀ ਸਹਿਜੇ ਬੋਲਦੀ ਹੋਵੇਗੀ। ਪਰ ਦਸਮ ਪਾਤਸ਼ਾਹ ਕਹਿੰਦੇ ਨੇ ਕਿ ਕੀੜੀ ਦੀ ਆਵਾਜ਼ ਵਾਹਿਗੁਰੂ ਤੱਕ ਪਹਿਲਾਂ ਪਹੁੰਚਦੀ ਹੈ ਹਾਥੀ ਦੀ ਝੰਗਾੜ ਦੇਰੀ ਨਾਲ। ਮਤਲਬ ਹੈ ਕਿ ਜਿਨ੍ਹਾਂ ਦਾ ਮਨ ਮੋਟਾ ਹਾਥੀ ਵਰਗਾ, ਜਿਵੇਂ ਕਬੀਰ ਜੀ ਨੇ ਕਿਹਾ ਹੈ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ, ਮਨ ਤਉ ਮੈਗਲ ਹੋਏ ਰਿਓ ਨਿਕਸਿਓ ਕਿਉਂ ਕਹਿ ਜਾਏ। ਮੈਗਲ ਹਾਥੀ, ਮਨ ਹਾਥੀ ਵਰਗਾ ਮੋਟਾ ਹੋ ਗਿਆ ਅਤੇ ਮੁਕਤੀ ਦਾ ਦਰਵਾਜ਼ਾ ਬੜਾ ਬਰੀਕ ਹੈ। ਸੋ ਇਸ ਪ੍ਰਕਾਰ ਭਾਈ ਗੁਰਦਾਸ ਨੇ ਲਿਖਿਆ ਹੈ ਕਿ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕਿਆ ਨਾ ਪੁਣਹਣਾ ਚੱਲ ਨਾ ਸਕਿਆ ਉੱਪਰ ਕੀੜੀ। ਭਾਵ ਕੀੜੀ ਤੋਂ ਵੀ ਨੀਵਾਂ ਬਣ ਜਾਏ, ਨਿਮਰਤਾਵਾਨ ਹੋਵੇ, ਆਪਣੀ ਹਉਮੈ ਨੂੰ ਤਿਆਗ ਦੇਵੇ, ਤਾਂ ਉਸ ਦੀ ਫਰਿਆਦ ਵਾਹਿਗੁਰੂ ਦੇ ਪਾਸ ਝੱਟ ਪਹੁੰਚ ਜਾਂਦੀ ਹੈ। ਅਤੇ ਜਿਹੜਾ ਨਾ ਤਾਂ ਵਿਸ਼ਵਾਸ ਕਰੇ ਪਰਮਾਤਮਾ 'ਤੇ, ਅਤੇ ਇੱਕ ਮਨ ਦਾ ਮੋਟਾ ਹੋਵੇ, ਹੰਕਾਰ ਹੋਵੇ ਅੰਦਰ ਲੱਦਿਆ ਹੋਇਆ, ਅਤੇ ਇਸ ਪ੍ਰਕਾਰ ਉਹਦੀ ਫਰਿਆਦ ਕਿਵੇਂ ਸੁਣੀ ਜਾਏਗੀ। ਸੋ ਇਸ ਤਰ੍ਹਾਂ ਜਿਹੜਾ ਵਾਹਿਗੁਰੂ ਨੂੰ ਸਰਬ ਵਿਆਪੀ ਜਾਣਦਾ ਹੈ, ਜਿਵੇਂ ਦ੍ਰੋਪਦੀ ਦਾ ਚੀਰ ਹਰਨ ਕਰਨ ਲੱਗਾ ਦੁਰਯੋਧਨ ਜਿਸ ਵੇਲੇ ਆਪਣੇ ਦੂਤਾਂ ਰਾਹੀਂ ਉਹਦੇ ਕੱਪੜੇ ਉਤਰਾਉਣ ਲੱਗਾ, ਨਗਨ ਕਰਨ ਲੱਗਾ, ਤਾਂ ਜਿਸ ਵੇਲੇ ਇੱਕੋ ਸਾੜੀ ਸਰੀਰ 'ਤੇ ਰਹਿ ਗਈ ਸੀ ਉਦੋਂ ਰੱਖਿਆ ਹੋਈ, ਔਰ ਦੂਤ ਲਾਉਂਦੇ ਥੱਕ ਗਏ ਪਰ ਉਹਦੀ ਪੱਤ ਨਾ ਬਰਬਾਦ ਕਰ ਸਕੇ, ਨਗਨ ਨਾ ਕਰ ਸਕੇ। ਫਿਰ ਆਖਦਾ ਚਲੀ ਜਾ, ਅਤੇ ਘਰ ਆਈ ਠਾਕੁਰ ਮਿਲੇ ਪੈਜ ਰਹੀ, ਬੋਲੇ ਸ਼ਰਮਾਂਦੀ ਨਾਥ ਨਾਥਾਂ ਬਾਣ ਧੁਰਾਂ ਦੀ। ਭਾਈ ਗੁਰਦਾਸ ਨੇ ਇਬਾਰਤ ਲਿਖੀ ਆਪਣੀਆਂ ਵਾਰਾਂ 'ਚ। ਉਸ ਵੇਲੇ ਕ੍ਰਿਸ਼ਨ ਜੀ ਨੇ ਪੁੱਛਿਆ, ਦ੍ਰੋਪਦੀ ਲੱਜਾ ਰਹਿ ਗਈ, ਪੱਤ ਰਹਿ ਗਈ? ਤਾਂ ਦ੍ਰੋਪਦੀ ਥੋੜ੍ਹਾ ਗੁੱਸੇ ਨਾਲ ਕਹਿਣ ਲੱਗੀ, ਜੀ ਮੈਂ ਤੁਹਾਨੂੰ ਵਿਰਲਾਪ ਕਰਦੀ ਰਹੀ, ਜਦੋਂ ਇੱਕੋ ਹੀ ਸਾੜੀ ਇੱਕੋ ਹੀ ਕੱਪੜਾ ਰਹਿ ਗਿਆ ਮੇਰੇ ਸਰੀਰ 'ਤੇ, ਉਦੋਂ ਤੁਸੀਂ ਸਹਾਇਤਾ ਕੀਤੀ ਅਤੇ ਪਹਿਲਾਂ ਕਿਉਂ ਨਾ ਬੌੜੀ ਕੀਤੀ? ਤਾਂ ਕ੍ਰਿਸ਼ਨ ਜੀ ਕਹਿਣ ਲੱਗੇ, ਤੂੰ ਸਰੀਰ ਦੀ ਕੈਦ ਵਿੱਚ ਮੰਨਿਆ ਸੀ ਸਾਨੂੰ, ਕਦੇ ਗੋਕਲ ਨਿਵਾਸੀ, ਕਦੇ ਬਿੰਦਰਾ ਬਣੇ, ਕਦੇ ਦੁਆਰਕਾ ਵਾਸੀ, ਇੰਝ ਬੋਲਦੀ ਸੀ। ਜਿਸ ਵੇਲੇ ਤੂੰ ਕਿਹਾ, ਹੇ ਸਰਬ ਵਿਆਪੀ ਜੀ ਤੁਸੀਂ ਹਰ ਥਾਂ ਮੌਜੂਦ ਹੋ, ਜਦੋਂ ਤੇਰੇ ਅੰਦਰ ਇਹੋ ਜਿਹੀ ਭਾਵਨਾ ਬਣੀ ਤਾਂ ਉਸੇ ਵੇਲੇ ਪੈਜ ਰਹਿ ਗਈ, ਸਹਾਇਤਾ ਹੋ ਗਈ। ਸੋ ਇਸੇ ਤਰ੍ਹਾਂ ਜੋ ਪਰਮਾਤਮਾ ਨੂੰ ਜਾਣਦਾ ਹੀ ਦੂਰ ਹੈ ਜਾਂ ਸਮਝਦਾ ਹੈ ਹੀ ਨਹੀਂ, ਅਤੇ ਉਤੋਂ ਫਰਿਆਦ ਕਰੀ ਜਾਂਦਾ, ਉਹਦੇ ਵਾਸਤੇ ਠੀਕ ਹੀ ਹੈ ਨਹੀਂ। ਅਤੇ ਜਿਹਦੇ ਅੰਦਰ ਭਾਵਨਾ ਪਰਮੇਸ਼ਰ ਬਾਰੇ ਵੀ ਹਰ ਥਾਂ ਮੌਜੂਦ ਹੈ, ਸੜ ਸੁਣਦਾ, ਸਦ ਵੇਖਦਾ ਕਿ ਮੁੱਕਰ ਪਿਆ ਜਾਏ, ਅਤੇ ਉਸ ਦੀ ਫਰਿਆਦ ਵੀ ਤਾਂ ਸੁਣੀ ਜਾਏਗੀ ਨਾ। ਪਰਮਾਤਮਾ ਦਾ ਹਰ ਥਾਂ ਹੀ ਕਹਿੰਦੇ, ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ। ਜਿਨ੍ਹਾਂ ਨੇ ਇੰਜ ਮੰਨਿਆ ਹੈ ਕਿ ਹਰੀ ਸਭ ਕੁਛ ਕਰਨ ਦੀ ਸਮਰੱਥਾ ਰੱਖਦਾ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਮਾਂ ਦੇ ਪੇਟ ਦੀ ਅੱਗ ਦੇ ਵਿੱਚ ਵੀ ਤਾਂ ਰੱਖਿਆ ਕੀਤੀ ਹੈ ਨਾ ਪਰਮੇਸ਼ਰ ਨੇ। ਸੋ ਇਸ ਪ੍ਰਕਾਰ ਤੂੰ ਉੱਥੇ ਸਹਾਇਤਾ ਕਰਨ ਲਈ ਸਮਰੱਥ ਹੈ ਜਿੱਥੇ ਕੋਈ ਵੀ ਨਹੀਂ ਬੌੜੀ ਨਹੀਂ ਕਰ ਸਕਦਾ। ਇਸ ਕਰਕੇ ਜਿਨ੍ਹਾਂ ਦਾ ਐਸਾ ਨਿਸ਼ਚਾ ਹੈ, ਪਰਮਾਤਮਾ ਨੂੰ ਪੂਰਨ ਮੰਨਿਆ, ਬੇਅੰਤ ਮੰਨਿਆ, ਹਰ ਥਾਂ ਮੌਜੂਦ ਮੰਨਿਆ, ਉਹਨਾਂ ਦਾ ਇਹ ਵੀ ਨਿਸ਼ਚਾ ਹੈ ਵੀ ਜੀ
ਜਿੰਦ ਦੀ ਜਿਹੜੀ ਬੇਨਤੀ ਫਰਿਆਦ ਹੈ, ਬਿਰਥਾ ਪੀੜਾ ਹੈ, ਉਹ ਪਰਮੇਸ਼ਰ ਸੁਣਦਾ ਹੈ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਮਰਨ ਜੀਵਨ ਦਾ ਅਰਥ ਇਹ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਜਿੰਨਾ ਜੀਵਨ ਹੈ, ਮਰਨ ਪਰਯੰਤ, ਮਰਨ ਤੱਕ, ਜਨਮ ਤੋਂ ਲੈ ਕੇ ਮਰਨ ਤੱਕ, ਮਰਨ ਵੇਲੇ ਵੀ, ਮਰਨ ਤੋਂ ਬਾਅਦ ਵੀ ਉਸੇ ਦਾ ਆਰਾਧਨ ਕਰਨਾ ਚਾਹੀਦਾ। ਜਦੋਂ ਤੱਕ ਜੀਵਨ ਹੈ ਸਾਡੇ ਹੱਥ 'ਚ, ਤੇ ਉਦੋਂ ਤੱਕ ਹੀ ਹੈ ਨਾ, ਪਰ ਜਨਮ ਤੋਂ ਲੈ ਕੇ ਮਰਨ ਤੱਕ ਐਸੇ ਪਰਮੇਸ਼ਰ ਨੂੰ ਆਰਾਧਣਾ ਚਾਹੀਦਾ ਸਾਰਾ ਜੀਵਨ ਪਰਯੰਤ, ਜੋ ਸਭਨਾ ਕਾ ਆਧਾਰ, ਸਭਨਾ ਦਾ ਆਧਾਰ ਆਸਰਾ ਰੂਪ ਹੈ। ਮਨਮੁਖਾਂ ਦਾ, ਗੁਰਮੁਖਾਂ ਦਾ, ਪਾਪੀਆਂ ਦਾ, ਪੁੰਨੀਆਂ ਦਾ, ਚੋਰਾਂ ਸਾਧਾਂ ਦਾ, ਕੁਕਰਮੀਆਂ ਦਾ, ਭਲੇ ਮਾਨਸਾਂ ਦਾ, ਸਾਰਿਆਂ ਦਾ। ਕਿਉਂਕਿ ਸਵਾਸ ਉਹਦੀ ਕਿਰਪਾ ਨਾਲ ਹੀ ਸਾਡੇ ਸਰੀਰ ਅੰਦਰ ਚੱਲ ਰਹੇ ਨੇ, ਖਾਣਾ ਪਾਣੀ ਮਿਲ ਰਿਹਾ ਹੈ, ਸਭ ਕੁਝ, ਸਾਰਾ ਖੰਡ ਬ੍ਰਹਿਮੰਡ ਹੀ ਪਰਮੇਸ਼ਰ ਦੇ ਆਸਰੇ ਹੈ, ਜੋ ਸਭਨਾ ਦਾ ਆਧਾਰ ਆਸਰਾ ਰੂਪ ਹੈ। ਹਜ਼ੂਰ ਸਿੱਖਿਆ ਦੇ ਰਹੇ ਨੇ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਜੀਵਨ ਪਰਯੰਤ ਉਸੇ ਦਾ ਆਰਾਧਨ ਕਰਨਾ ਚਾਹੀਦਾ ਹੈ। ਸਸੁਰੈ ਪਈਐ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ। ਇੰਝ ਸਮਝਣਾ ਕਿ ਜਿਸ ਪਰਮਾਤਮਾ ਦਾ ਬਹੁਤ ਵੱਡਾ ਪਰਿਵਾਰ ਹੈ, ਸਾਰੇ ਜੀ ਜਨਤੇ ਸਭ ਉਸੇ ਦਾ ਪਰਿਵਾਰ ਹੈ, ਕਿਉਂਕਿ ਪੈਦਾ ਉਸਨੇ ਕੀਤਾ, ਪਾਲਣਾ ਵੀ ਉਹ ਕਰ ਰਿਹਾ, ਸੰਘਾਰ ਵੀ ਕਰਨ ਵਾਲਾ ਆਪ ਹੈ। ਜਿਸ ਦਾ ਬਹੁਤ ਵੱਡਾ ਪਰਿਵਾਰ ਹੈ, ਇਹ ਜਿੰਦ ਤਿਸ ਕੰਤ ਪਰਮਾਤਮਾ ਦੀ ਬਿਣਜੇ ਸਹੁਰੇ ਤੇ ਪੇਕੇ। ਪੇਕਾ ਹੈ ਮਾਤ ਲੋਕ, ਤੇ ਸਹੁਰਾ ਲੋਕ ਹੈ ਪਰਲੋਕ। ਤਿਸ ਕੰਤ ਦੀ ਇਹ ਜਿੰਦ ਬਣ ਕੇ ਰਹੇ, ਜਿਸ ਪਰਮਾਤਮਾ ਦਾ ਵੱਡਾ ਪਰਿਵਾਰ ਹੈ। ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨ ਪਾਰਾਵਾਰ। ਜੋ ਵਾਹਿਗੁਰੂ ਪਰਮਾਤਮਾ ਬਹੁਤ ਉੱਚਾ ਹੈ, ਉੱਚਿਆਂ ਤੋਂ ਉੱਚਾ। ਇਸ ਆਮ ਸੰਸਾਰ ਦੇ ਜੀਆਂ ਨਾਲੋਂ ਦੇਵਤੇ ਉੱਚੇ ਮੰਨੇ ਦੇ, ਦੇਵਤਿਆਂ ਵਿੱਚੋਂ ਬ੍ਰਹਮਾ ਉੱਚਾ ਮੰਨਿਆ, ਕਹਿੰਦੇ ਬ੍ਰਹਮਾ ਤੋਂ ਵੀ ਉੱਚਾ ਹੈ। ਅਗਮ ਜਿਸ ਤੱਕ ਪਹੁੰਚ ਨਹੀਂ ਹੁੰਦੀ ਮਨ ਦੀ, ਗਮਤਾ ਤੋਂ ਪਹੁੰਚ ਤੋਂ ਪਰੇ ਹੈ। ਅਗਾਧ ਬੋਧ ਜਿਸ ਦਾ ਗਿਆਨ ਬੜਾ ਡੂੰਘਾ ਹੈ, ਭਾਵ ਬਹੁਤ ਗੋਝ ਗਿਆਨ ਵਾਲਾ ਜੋ ਵਾਹਿਗੁਰੂ ਹੈ। ਕਿਛ ਅੰਤ ਨ ਪਾਰਾਵਾਰ, ਜਿਸ ਪਰਮਾਤਮਾ ਦਾ ਕੋਈ ਅੰਤ ਹੀ ਨਹੀਂ ਹੈ, ਜਿਸ ਦਾ ਕੋਈ ਉਰਾਰ ਪਾਰ ਹੀ ਨਹੀਂ ਲੱਭਦਾ। ਕਿੱਡਾ ਕੁ ਵੱਡਾ ਸਮੁੰਦਰ ਦਾ ਤੇ ਉਰਾਰ ਪਾਰ ਪਤਾ ਲੱਗ ਜਾਂਦਾ, ਪਰ ਪਰਮੇਸ਼ਰ ਦਾ ਅੰਤ ਤੇ ਪਾਰਾਵਾਰ ਨਹੀਂ ਹੈ। ਸੇਵਾ ਸਾ ਤਿਸ ਭਾਵਸੀ ਸੰਤਾਂ ਕੀ ਹੋਏ ਸ਼ਾਰ। ਹਜ਼ੂਰ ਕਹਿੰਦੇ ਨੇ ਸੇਵਾ ਕੀਤੀ ਉਹੋ ਹੀ ਤਿਸ ਪਰਮਾਤਮਾ ਨੂੰ ਭਾਵੇਗੀ, ਜੋ ਸੇਵਾ ਰੱਬ ਦੇ ਸੰਤਾਂ ਦੀ ਸ਼ਾਰ ਚਰਨ ਧੂੜ ਬਣ ਕੇ ਕੀਤੀ ਜਾਏ। ਜੇ ਅਹੰਕਾਰ ਹੈ ਅੰਦਰ, ਤੇ ਉਹ ਸੇਵਾ ਪਰਮੇਸ਼ਰ ਨੂੰ ਪਸੰਦ ਨਹੀਂ ਆਏਗੀ, ਕਿਉਂਕਿ ਹਰ ਜੀਉ ਅਹੰਕਾਰ ਨਾ ਭਾਵਈ। ਵੇਦ ਕੂਕ ਸੁਣਾਵਹਿ ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮਹਿ ਫਿਰਿਆ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਸੇਵਾ ਭਗਤੀ ਉਸੇ ਨੂੰ ਪਰਮਾਤਮਾ ਪਸੰਦ ਕਰਦਾ, ਉਹੀ ਸੇਵਾ ਭਗਤੀ ਕੀਤੀ ਤਿਸ ਨੂੰ ਭਾਵੇਗੀ, ਜਿਸ ਸੇਵਾ ਦੌਰਾਨ ਅਸੀਂ ਆਪਣੇ ਮਨ ਨੂੰ ਰੱਬ ਦੇ ਸਾਧੂਆਂ ਦੀ, ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਗੁਰਮੁਖ ਪਿਆਰਿਆਂ ਦੀ, ਰੱਬ ਦਾ ਸਵਾਸ ਭਜਨ ਕਰਨ ਵਾਲਿਆਂ ਦੀ ਚਰਨ ਧੂੜ ਬਣਾ ਲਈਏ, ਤੇ ਚਰਨ ਧੂੜ ਬਣ ਕੇ ਫਿਰ ਸੇਵਾ ਕਮਾਈਏ। ਨਿਮਰਤਾਵਾਨ ਹੋ ਕੇ ਸੇਵਾ ਕਮਾਈਏ, ਆਪਣਾ ਆਪਾ ਛੱਡ ਕੇ ਸੇਵਾ ਕਮਾਈਏ, ਤਾਂ ਤਿਸ ਪਰਮਾਤਮਾ ਨੂੰ ਭਾ ਜਾਏਗੀ, ਜ਼ਰੂਰ ਪਸੰਦ ਆਵੇਗੀ। ਦੀਨਾਨਾਥ ਦਇਆਲ ਦੇਵ ਪਤ ਤੇ ਉਦਾਹਰਣ ਹਾਰ। ਦੀਨ ਕਹਿੰਦੇ ਨੇ ਕਮਜ਼ੋਰ, ਗਰੀਬ, ਆਜਿਜ਼, ਨਿਮਾਣੇ ਨੂੰ। ਦੀਨ ਸ਼ਬਦ ਦੇ ਕਈ ਅਰਥ ਨੇ। ਇੱਕ ਦੀਨ ਦਾ ਅਰਥ ਪਰਲੋਕ ਵੀ ਹੈ, ਜਿਵੇਂ ਬਚਨ ਹੈ ਦੀਨ ਦੁਨੀਆ ਤੇਰੀ ਟੇਕ। ਦੁਨੀਆ ਸੰਸਾਰ ਤੇ ਦੀਨ ਪਰਲੋਕ। ਇਸੇ ਤਰ੍ਹਾਂ ਦੀਨ ਸ਼ਬਦ ਦਾ ਅਰਥ ਹੈ ਧਰਮ, ਜਿਸ ਨੂੰ ਈਮਾਨ ਵੀ ਕਿਹਾ ਜਾਂਦਾ ਹੈ। ਔਰ ਇਸੇ ਪ੍ਰਕਾਰ ਦੀਨ ਗਰੀਬ, ਆਜ਼ਿਜ਼, ਨਿਮਾਣਾ, ਨਿਮਰਤਾਵਾਨ। ਸੋ ਇੱਥੇ ਅਰਥ ਹੈ ਦੀਨਾਂ ਦਾ ਨਾਥ। ਜਿਹੜੇ ਆਜ਼ਿਜ਼ ਨਿਮਾਣੇ ਬਣ ਕੇ ਸ਼ਰਨ ਪੈਂਦੇ ਨੇ ਨਾ, ਆਪਣੀ ਹੰਗਤਾ ਛੱਡ ਕੇ ਸ਼ਰਨ ਪੈਂਦੇ, ਉਹਨਾਂ ਦੀਨਾਂ ਦਾ ਨਾਥ ਮਾਲਕ ਵਾਹਿਗੁਰੂ ਹੈ। ਜਿਵੇਂ ਬਚਨ ਹਨ ਕਿ ਤੁਹਾਡੇ ਤੋਂ ਬਗੈਰ ਸੱਚੇ ਪਾਤਸ਼ਾਹ ਹੋਰ ਗਰੀਬਾਂ ਨੂੰ ਵਡਿਆਉਣ ਵਾਲਾ, ਨਿਵਾਜਣ ਵਾਲਾ ਕੌਣ? ਸੋ ਇਸ ਪ੍ਰਕਾਰ ਗਰੀਬ ਨਿਵਾਜ ਗੁੱਸਈਆਂ ਮੇਰਾ ਮਾਥੈ ਛਤਰ ਧਰੈ। ਜਾਂ ਕਿ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀਂ ਧਰੈ।
ਵਾਹਿਗੁਰੂ ਦੀਨਾਂ ਗਰੀਬਾਂ ਆਜਿਜ਼ ਨਿਮਾਣਿਆਂ ਦਾ ਨਾਥ ਹੈ, ਦਇਆਲ ਦੇਵ ਤੇ ਦਇਆ ਦਾ ਆਲ ਘਰ ਹੈ ਵਾਹਿਗੁਰੂ। ਦਇਆਲੂ ਸਰੂਪ ਹੈ ਮੇਰਾ ਵਾਹਿਗੁਰੂ, ਦੇਵ ਪ੍ਰਕਾਸ਼ ਰੂਪ ਹੈ, ਚਾਨਣ ਰੂਪ ਹੈ, ਦੈਵੀ ਸਰੂਪ ਹੈ ਵਾਹਿਗੁਰੂ ਪਰਮਾਤਮਾ। ਪਤਿਤ ਤੇ ਉਦਾਹਰਣ ਹਾਰ। ਪਤਿਤ ਸ਼ਬਦ ਦਾ ਅਰਥ ਹੈ ਡਿੱਗਿਆ ਹੋਇਆ, ਪਤਿਤ ਨਾਲ ਡਿੱਗਣ ਦਾ। ਜਿਹੜਾ ਧਰਮ ਤੋਂ, ਈਮਾਨ ਤੋਂ, ਇਨਸਾਨੀਅਤ ਤੋਂ ਗਿਰ ਜਾਏ ਉਹਨੂੰ ਕਹਿੰਦੇ ਨੇ ਪਤਿਤ ਹੋਇਆ ਹੋਇਆ, ਭ੍ਰਿਸ਼ਟਿਆ ਹੋਇਆ। ਪਰ ਜਿਹੜੇ ਭ੍ਰਿਸ਼ਟ ਵੀ ਹੋ ਚੁੱਕੇ ਨੇ, ਜੇ ਉਹ ਮੁੜ ਸ਼ਰਨ ਆ ਜਾਣ ਵਾਹਿਗੁਰੂ ਦੀ, ਪਰਮਾਤਮਾ ਨੂੰ ਜਪਣ ਲੱਗ ਜਾਣ, ਨਿਮਰਤਾਵਾਨ ਹੋ ਕੇ ਆਪਣੇ ਔਗਣ ਮੂਹਰੇ ਰੱਖ ਰੱਖ ਕੇ ਬੇਨਤੀਆਂ ਕਰਨ। ਸੋ ਜਿਵੇਂ ਬਚਨ ਹਨ, ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ। ਜਿਵੇਂ ਬਚਨ ਹਨ, ਪਤਿਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦਾ ਰਹਿਆ, ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤ ਉਪੰਨਾ ਸਤਵਾਂ ਨਾਉ ਧਰਨ ਨੂੰ ਚੇਤੋ ਮਹਿਆ, ਗੁਰੂ ਦੁਆਰਾ ਜਾਏ ਕੈ ਨਾਉ ਨਰਾਇਣ ਗੁਰਮੁਖ ਕਹਿਆ, ਅੰਤ ਕਾਲ ਜਮ ਦੂਤ ਵੇਖ ਪੁੱਤ ਨਰਾਇਣ ਬੋਲੇ ਸ਼ਹਿਆ, ਸੋ ਜਮਗੜ ਮਾਰੇ ਹਰਜਨ ਗਿਆ ਸੁਰਗ ਜਮ ਡੰਡ ਨ ਸਹਿਆ, ਨਾਏ ਲਿਆ ਦੁੱਖ ਡੇਰਾ ਟਹਿਆ। ਭਾਈ ਗੁਰਦਾਸ ਨੇ ਅਜਾਮਲ ਬਾਰੇ ਬਚਨ ਲਿਖੇ ਹਨ। ਬੜਾ ਪਤਿਤ ਸੀ, ਵਿਦਵਾਨ ਬ੍ਰਾਹਮਣ ਸੀ, ਪਰ ਵੇਸਵਾ ਦੀ ਸੰਗਤ ਕਰਕੇ ਤੇ ਉਹਦੇ ਕੋਲ ਰਹਿਣ ਲੱਗ ਪਿਆ ਤੇ ਸਮਾਜ ਨੇ ਛੇਕ ਦਿੱਤਾ। ਸੋ ਵੱਡਾ ਵਿਦਵਾਨ ਆਗੂ, ਸਿੱਖਿਆ ਦੇਣ ਵਾਲਾ ਸਮਾਜ ਨੂੰ, ਤੇ ਉਹ ਐਸਾ ਭੈੜਾ ਰਾਹ ਉਹਨੇ ਫੜ ਲਿਆ, ਫਿਰ ਸਮਾਜ ਨੇ ਛੇਕਤਾ, ਪਤਿਤ ਮੰਨਿਆ ਗਿਆ। ਪਰ 7ਵਾਂ ਪੁੱਤ ਜਦੋਂ ਹੋਇਆ ਸੀ ਤੇ ਉਹ ਰੱਬ ਦੇ ਪਿਆਰਿਆਂ ਕੋਲੋਂ ਉਹਦਾ ਨਾਮ ਰਖਾ ਲਿਆ, ਨਰਾਇਣ ਨਾਮ ਰੱਖਤਾ। ਤਰਸ ਆਇਆ ਉਹਨੂੰ ਵੀ ਹੈ ਤਾਂ ਸੀ ਵਿਦਵਾਨ ਬੰਦਾ, ਪਰ ਰਸਤਾ ਗਲਤ ਅਖਤਿਆਰ ਕਰ ਲਿਆ। ਜਵਾਨੀ ਦੀ ਉਮਰ 'ਚ ਇਹਦਾ ਵੀ ਭਲਾ ਹੋਣਾ ਚਾਹੀਦਾ, ਨਾਲੇ ਪਛਤਾਵਾ ਪਾਪਾਂ ਨੂੰ ਧੋਂਦਾ। ਨਰਾਇਣ ਨਾਮ ਰੱਖਤਾ ਤੇ ਅੰਤ ਵੇਲੇ ਜਮਦੂਤਾਂ ਨੂੰ ਵੇਖ ਵੇਖ ਕੇ ਨਰਾਇਣ ਨਰਾਇਣ ਬੋਲਦਾ ਸੀ, ਪੁੱਤ ਦਾ ਮੋਹ ਕਰਦਾ ਸੀ ਛੋਟੇ ਦਾ। ਨਰਾਇਣ ਨਾਮ ਪਰਮੇਸ਼ਰ ਦਾ, ਇਸ ਕਰਕੇ ਜਮਗਣ ਜਿਹੜੇ ਸੀ ਭੱਜ ਗਏ ਤੇ ਹਰੀ ਦੇ ਗਣ ਜਿਹੜੇ ਸੀ ਆਏ, ਵਾਹਿਗੁਰੂ ਦੇ ਸੇਵਕ, ਉਹ ਲੈ ਗਏ ਉਹਨੂੰ ਸੁਰਗ ਨੂੰ, ਬੈਕੁੰਠ ਨੂੰ। ਇਉਂ ਪਤਿਤਾਂ ਦਾ ਵਿਧਾਰ ਕਰਨ ਵਾਲਾ ਵਾਹਿਗੁਰੂ। ਜਿਵੇਂ ਬਚਨ ਕੀਤੇ ਹਨ ਭਗਤ ਜੀ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਹੇ ਅਨੰਤ ਸਰੂਪ ਵਾਹਿਗੁਰੂ, ਜਿਹਦਾ ਕੋਈ ਅੰਤ ਹੀ ਨਹੀਂ, ਹੈ ਬੇਅੰਤ ਵਾਹਿਗੁਰੂ। ਜੇ ਅਸੀਂ ਪਾਪ ਨਾ ਕਰਦੇ ਤਾਂ ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਨਹੀਂ ਸੀ ਇੱਕ ਜੁੜਨਾ, ਤੁਹਾਡਾ ਨਾਮ ਨਹੀਂ ਸੀ ਪੈਣਾ ਪਤਿਤ ਪਾਵਨ। ਇਹ ਵੀ ਅਸੀਂ ਤੁਹਾਡਾ ਨਾਮ ਪਾਇਆ, ਸਾਡੇ ਪਾਪ ਕਰਨ ਕਰਕੇ, ਸਾਡੇ ਪਤਿਤ ਹੋਣ ਕਰਕੇ ਤੁਹਾਡਾ ਇੱਕ ਨਾਮ ਪਿਆ, ਵਡਿਆਈ ਹੋਈ ਪਤਿਤ ਪਾਵਨ। ਅਸੀਂ ਜੀਆਂ ਨੇ ਪਾਪ ਕੀਤੇ, ਪਤਿਤ ਹੋ ਗਏ, ਤੁਹਾਡੀ ਸ਼ਰਨ ਪੈ ਗਏ, ਤੁਹਾਡੇ ਨਾਮ ਨੇ ਸਾਨੂੰ ਪਤਿਤਾਂ ਤੋਂ ਪਵਿੱਤਰ ਕਰ ਦਿੱਤਾ ਤੇ ਇੰਜ ਤੁਹਾਡਾ ਨਾਮ ਪੱਕਾ ਹੀ ਪੈ ਗਿਆ, ਪਤਿਤ ਪਾਵਨ। ਸੋ ਇਸ ਪ੍ਰਕਾਰ ਪਤਿਤ ਉਦਾਹਰਣ ਹਾਰ। ਜਿਹੜੇ ਪਤਿਤ ਵੀ ਹੋ ਜਾਣ, ਉਹ ਸ਼ਰਨ ਆ ਜਾਣ ਸੱਚੇ ਪਾਤਸ਼ਾਹ ਜੀ ਦੀ, ਤੇ ਉਹਨਾਂ ਦਾ ਵੀ ਉਧਾਰ ਮਹਾਰਾਜ ਕਰ ਦਿੰਦੇ ਨੇ। ਇਹ ਵਾਹਿਗੁਰੂ ਦੀ ਵਡਿਆਈ ਕਰ ਰਹੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਵਾਹਿਗੁਰੂ ਪਤਿਤਾਂ ਨੂੰ ਉਧਾਰਨ ਵਾਲਾ ਹੈ। ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ। ਵਾਹਿਗੁਰੂ ਪਰਮੇਸ਼ਰ ਜੋ ਕਰਤਾਰ ਹੈ, ਕਰਤਾ, ਸ੍ਰਿਸ਼ਟੀ ਨੂੰ ਰਚਣ ਵਾਲਾ, ਤੇ ਇਸੇ ਤਰ੍ਹਾਂ ਸਾਰੇ ਜੀਆਂ ਦੀ ਜਿੰਦ ਰੂਪੀ ਤਾਰ, ਡੋਰ ਪਰਮਾਤਮਾ ਦੇ ਕਰ ਹੱਥ ਵਿੱਚ ਹੈ। ਇਸ ਪ੍ਰਕਾਰ ਉਹਦਾ ਨਾਮ ਪਿਆ ਕਰਤਾਰ। ਉਹ ਉਸ ਦਾ ਨਾਮ ਵੀ ਸੱਚ ਹੈ, ਆਪ ਤੇ ਸੱਚ ਸਰੂਪ ਹੈ ਹੀ, ਤੇ ਇਸੇ ਕਰਕੇ ਵਾਹਿਗੁਰੂ ਜੀ ਦਾ ਨਾਮ ਵੀ ਸੱਚ ਸਰੂਪ ਹੈ। ਸੱਚੇ ਨਾਮ ਵਾਲਾ ਜਿਹੜਾ ਕਰਤਾਰ ਹੈ ਨਾ, ਆਦਿ ਜੁਗਾਦੀ ਰੱਖਦਾ। ਆਦਿ ਸ੍ਰਿਸ਼ਟੀ ਦੇ ਮੁੱਢ ਤੋਂ ਹੀ, ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਆਦਿ ਤੋਂ ਹੀ, ਜਿਸ ਵੇਲੇ ਆਦਿ ਮੁੱਢ ਵੱਜਿਆ ਸ੍ਰਿਸ਼ਟੀ ਦਾ, ਉਦੋਂ ਤੋਂ ਲੈ ਕੇ ਸਾਰੇ ਇੱਕ ਯੁੱਗਾਂ ਆਦਿਕਾਂ ਦੇ ਵਿੱਚ ਵੀ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਦਾ ਹੀ ਆਇਆ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਓ ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ, ਹਰ ਜੀਓ ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ, ਹਰ ਜੀਓ ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ। ਇਸ ਪ੍ਰਕਾਰ ਆਦਿ ਜੁਗਾਦ, ਆਦਿ ਮੁੱਢ ਤੋਂ ਹੀ ਜੁਗਾਂ ਆਦਿਕਾਂ ਵਿੱਚ ਵੀ ਪਰਮੇਸ਼ਰ ਹੀ ਰੱਖਦਾ ਆਇਆ ਆਪਣੇ ਭਗਤਾਂ ਦੀ ਵਡਿਆਈ ਨੂੰ, ਆਪਣੇ ਭਗਤਾਂ ਦੀ ਪੈਜ ਨੂੰ, ਆਪਣੇ ਭਗਤਾਂ ਦੀ ਇੱਜ਼ਤ ਨੂੰ। ਕੀਮਤ ਕੋਏ ਨਾ ਜਾਣੈ, ਕੋ ਨਾਹੀਂ ਤੋਲਣਹਾਰ। ਵਾਹਿਗੁਰੂ ਪਰਮਾਤਮਾ ਦੀ ਵਡਿਆਈ ਦੀ, ਮਹਾਨਤਾ ਦੀ ਕੋਈ ਕੀਮਤ ਜਾਣ ਨਹੀਂ ਸਕਦਾ।
ਭਈ ਕਿਸ ਤਰ੍ਹਾਂ ਕਿੰਨੀ ਕੁ ਕੀਮਤ ਦੇ ਕੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ। ਜਿਵੇਂ ਕਬੀਰ ਜੀ ਨੇ ਕਿਹਾ, ਕੰਚਨ ਸਿਉ ਪਾਈਐ ਨਹੀਂ ਤੋਲ, ਸੋਨਾ ਚਾਂਦੀ ਤੋਲ ਕੇ ਵੀ ਦਿੱਤਿਆਂ ਨਹੀਂ ਮਿਲਦਾ ਵਾਹਿਗੁਰੂ ਦਾ ਨਾਮ। ਇਸੇ ਤਰ੍ਹਾਂ ਪਰਮੇਸ਼ਰ ਦਾ ਗਿਆਨ, ਵਾਹਿਗੁਰੂ ਨਾਲ ਮਿਲਾਪ, ਵੀ ਕਿੰਨਾ ਜਪ ਕਰੀਏ, ਕਿੰਨਾ ਤਪ ਕਰੀਏ, ਕਿੰਨੇ ਕੁ ਸਾਧਨ ਕਰੀਏ, ਕਿੰਨਾ ਕੁ ਦਾਨ ਕਰੀਏ, ਕਿੰਨਾ ਕੁ ਯੋਗਾ ਅਭਿਆਸ ਕਮਾਈਏ, ਕਿੰਨੇ ਵਰੇ ਕਰੀਏ, ਕਿੰਨੀਆਂ ਕੁ ਸਮਾਧੀਆਂ ਲਾਈਏ, ਤੇ ਫਿਰ ਇੰਨੇ ਕਰਮ ਕਰਨ ਨਾਲ ਵਾਹਿਗੁਰੂ ਮਿਲ ਪਏਗਾ। ਨਹੀਂ, ਆਪਣੀ ਮਰਜ਼ੀ ਹੈ ਵਾਹਿਗੁਰੂ ਦੀ, ਸੁਤੰਤਰ ਹਸਤੀ ਹੈ ਨਾ। ਇਸ ਕਰਕੇ ਹਜ਼ੂਰ ਦੀ ਕੋਈ ਕੀਮਤ ਨਹੀਂ ਜਾਣ ਸਕਦਾ। ਕੋ ਨਾ ਹੀ ਤੋਲਣਹਾਰ, ਜਿਵੇਂ ਭਾਈ ਗੁਰਦਾਸ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਕਰਦਿਆਂ ਕਿਹਾ, ਤੋਲਣਹਾਰ ਨਾ ਡੰਡੀ ਛਾਬਾ। ਨਾ ਕੋਈ ਤੋਲਣ ਵਾਲਾ ਹੈ, ਮਾਪਣ ਵਾਲਾ, ਅੰਦਾਜ਼ਾ ਲਾਉਣ ਵਾਲਾ, ਸੋ ਨਾ ਕੋਈ ਡੰਡੀ ਛਾਬਾ, ਨਾ ਤੱਕੜੀ ਤਰਾਜੂ ਹੈ, ਨਾ ਛਾਬੇ ਹਨ ਜਿਨ੍ਹਾਂ ਕਰਕੇ ਸਤਿਗੁਰਾਂ ਦੀ ਮਹਿਮਾ ਤੋਲੀ ਜਾਏ। ਇਸੇ ਤਰ੍ਹਾਂ ਵਾਹਿਗੁਰੂ ਦੀ ਵਡਿਆਈ ਨੂੰ ਕੋਈ ਤੋਲਣ ਵਾਲਾ ਨਹੀਂ ਹੈ ਜੋ ਦੱਸ ਸਕੇ ਵੀ ਇਹਨਾਂ ਸਾਧਨ ਕਰਨ ਨਾਲ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਜਾਂਦਾ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸੁਮਾਰ। ਸੋ ਹਜ਼ੂਰ ਕਹਿੰਦੇ ਨੇ, ਜਿਸ ਪਰਮਾਤਮਾ ਦਾ ਸ਼ੁਮਾਰ, ਗਿਣਤੀ, ਕੋਈ ਪਾਰਾਵਾਰ ਨਹੀਂ ਹੈ, ਹਿਸਾਬ ਕਿਤਾਬ ਅੰਦਾਜ਼ਾ ਨਹੀਂ ਹੈ, ਉਹ ਸਾਡੇ ਮਨ ਦੇ ਅੰਦਰ ਵੀ, ਸਾਡੇ ਤਨ ਇੰਦਰੀਆਂ ਅੰਦਰ ਵੀ ਸੱਚੇ ਪਾਤਸ਼ਾਹ ਵਸ ਰਹੇ ਹਨ। ਦਿਨ ਰਹਿਣ ਜੇ ਪ੍ਰਭ ਕਉ ਸੇਵਦੇ, ਤਿਨ ਕੈ ਸਦ ਬਲਿਹਾਰ। ਜਿਹੜੇ ਦਿਨੇ ਤੇ ਰਾਤ ਪ੍ਰਭੂ ਪਰਮਾਤਮਾ ਨੂੰ ਸੇਵਦੇ, ਭਾਵ ਸਿਮਰਦੇ ਹਨ, ਵਾਹਿਗੁਰੂ ਦਾ ਆਰਾਧਨ ਕਰਦੇ ਨੇ, ਉਹਨਾਂ ਤੋਂ ਸਦਾ ਸਦਾ ਵਾਸਤੇ ਅਸੀਂ ਬਲਿਹਾਰ ਬਲਿਹਾਰ ਸਦਕੇ ਜਾਈਏ, ਕੁਰਬਾਨ ਜਾਈਏ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਕਹਿੰਦੇ ਜੋ ਸਾਰਿਆਂ ਨੂੰ ਬਖਸ਼ ਦੇਣ ਵਾਲਾ ਹੈ, ਕੋਟ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਇਆਲ। ਸਭਨਾ ਤੇ ਬਖਸ਼ਿਸ਼ਾਂ ਕਰਨ ਵਾਲਾ, ਸਾਰਿਆਂ ਦੇ ਗੁਨਾਹਾਂ ਨੂੰ, ਖਤਿਆਂ ਨੂੰ ਬਖਸ਼ ਦੇਣ ਵਾਲਾ ਜੋ ਹੈ, ਐਸਾ ਦਿਆਲੂ ਕਿਰਪਾਲੂ ਜਾਣ ਕੇ ਜੋ ਸੰਤ ਲੋਕ ਨੇ ਨਾ, ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ, ਸਦੀਵੀ ਕਾਲ ਲਈ ਐਸੇ ਵਾਹਿਗੁਰੂ ਦਾ ਆਰਾਧਨ ਕਰਦੇ ਨੇ। ਜਿਵੇਂ ਬਚਨ ਹਨ, ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਤੇ ਪੂਰੇ ਪੁਰਖ ਪ੍ਰਧਾਨ। ਸੋ ਇਸ ਪ੍ਰਕਾਰ ਸੰਤਾਂ ਕਹਿੰਦੇ ਉਹਨੂੰ ਹਨ। ਉਸ ਅਵਸਥਾ ਨੂੰ ਸੰਤ ਕਿਹਾ ਜਾਂਦਾ ਜਿੱਥੇ ਸਦਾ ਸਦਾ ਵਾਸਤੇ ਆਰਾਧਨ ਹੋ ਰਿਹਾ। ਉਹਨਾਂ ਦੇ ਮੁਖ ਤੋਂ ਵੀ ਪਰਮੇਸ਼ਰ ਦੀਆਂ ਵਡਿਆਈਆਂ ਹੀ ਸੁਣੋਗੇ ਤੁਸੀਂ। ਉਹਨਾਂ ਦੇ ਗਲੂਏ ਅੰਦਰ ਵੀ ਵਾਹਿਗੁਰੂ ਦਾ ਨਾਮ ਹੈ, ਹਿਰਦੇ ਅੰਦਰ ਵੀ ਹੈ, ਪਰਾਬਾਣੀ ਰਾਹੀਂ ਵੀ ਜਾਪ ਹੋ ਰਿਹਾ, ਰੌਂ ਰੌਂ 'ਚ ਹੋ ਰਿਹਾ, ਦਸਮ ਦੁਆਰ 'ਚ ਵੀ ਪਰਮੇਸ਼ਰ ਦਾ ਗਿਆਨ ਤੇ ਨਾਮ ਹੈ। ਸੋ ਇਸ ਪ੍ਰਕਾਰ ਵਾਹਿਗੁਰੂ ਦੇ ਨਾਮ ਵਿੱਚ ਹੀ ਤਦਾਕਾਰ ਹੋ ਰਹੇ ਹਨ। ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀ ਅਨ ਜਿੰਦ। ਜਿਸ ਪਰਮਾਤਮਾ ਨੇ ਜੀਓ ਜਿੰਦ, ਜੀਵ ਆਤਮਾ ਤੇ ਪਿੰਡ ਸਰੀਰ ਜਿਹਨੇ ਸਾਜਿਆ, ਪਿੰਡ ਸਰੀਰ ਸਾਜ ਕੇ ਵਿੱਚ ਜਿਸ ਨੇ ਜੀਵ ਆਤਮਾ ਪਾਈ ਹੈ, ਤੇ ਕਰ ਕਿਰਪਾ ਦਿੱਤੀ ਅਨ ਜਿੰਦ। ਜਿਸ ਨੇ ਪ੍ਰਮਾਤਮਾ ਨੇ ਕਿਰਪਾ ਕਰਕੇ ਜਿੰਦ, ਇੱਥੇ ਅਰਥ ਹੈ ਸਵਾਸ, ਜੀਵਨ ਬਖਸ਼ਿਆ। ਜਿਸ ਪਰਮਾਤਮਾ ਨੇ ਜੀਵ ਆਤਮਾ ਵੀ, ਪਿੰਡ ਸਰੀਰ ਵੀ, ਤੇ ਇਸੇ ਤਰ੍ਹਾਂ ਜੀਵਨ ਦਾ ਸਹਾਰਾ ਸਾਡੇ ਸਵਾਸ ਨੇ ਨਾ। ਜਿੰਦ ਤਾਂ ਹੀ ਜਿਉਂਦੀ ਜਾਗਦਾ ਸਰੀਰ ਆ ਸਾਡਾ, ਜੇ ਪਰਮੇਸ਼ਰ ਨੇ ਵਿੱਚ ਸਵਾਸ ਪਾਏ ਹੋਏ ਨੇ। ਸੋ ਇਸ ਤਰ੍ਹਾਂ ਜਿਸ ਨੇ ਸਾਰੀਆਂ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਹੋਈਆਂ। ਗੁਰ ਸ਼ਬਦੀ ਆਰਾਧੀ ਹੈ, ਜਪੀਐ ਨਿਰਮਲ ਮੰਤ। ਇਸ ਕਰਕੇ ਗੁਰਾਂ ਦੇ ਸ਼ਬਦ ਉਪਦੇਸ਼ ਰਾਹੀਂ, ਗੁਰਾਂ ਦੀ ਬਾਣੀ ਰਾਹੀਂ, ਗੁਰਾਂ ਦੇ ਬਚਨਾਂ ਰਾਹੀਂ ਆਰਾਧਨਾ ਚਾਹੀਦਾ ਪਰਮੇਸ਼ਰ ਅਕਾਲ ਪੁਰਖ ਨੂੰ, ਤੇ ਜਪਣਾ ਚਾਹੀਦਾ ਉਸ ਪਰਮਾਤਮਾ ਦੇ ਨਿਰਮਲ, ਉਜਲ ਤੇ ਪਵਿੱਤਰ ਨਾਮ ਦੇ ਮੰਤਰ ਨੂੰ। ਮੰਤਰ ਨਾਮ ਜਾਪ ਦਾ ਜਪਣਾ ਚਾਹੀਦਾ, ਨਿਰਮਲ ਜਾਪ। ਜੋ ਪਰਮੇਸ਼ਰ ਹੈ ਅਕਾਲ ਪੁਰਖ, ਉਹ ਆਪ ਨਿਰਮਲ ਹੈ, ਤੇ ਉਹਦਾ ਨਾਮ ਵੀ ਨਿਰਮਲ ਹੈ, ਉਜਲਾ ਹੈ, ਸਾਫ ਸੁਥਰਾ ਹੈ। ਬਲਕਿ ਜਿਹੜਾ ਨਾਮ ਜਪਦਾ ਉਹਨੂੰ ਵੀ ਮਹਾਰਾਜ ਦਾ ਨਾਮ ਪਵਿੱਤਰ ਕਰ ਦਿੰਦਾ, ਨਿਰਮਲ ਕਰ ਦਿੰਦਾ। ਕੀਮਤ ਕਹਿਣ ਨਾ ਜਾਈਐ, ਪਰਮੇਸ਼ਰ ਬੇਅੰਤ। ਉਸ ਵਾਹਿਗੁਰੂ ਪਰਮਾਤਮਾ ਦੀ ਕੀਮਤ ਕਹਿਣ ਨਾ ਜਾਈਏ, ਕਥਨ ਵਿੱਚ ਨਹੀਂ ਆਉਂਦੀ ਹੈ, ਕਥਨੀ ਨਹੀਂ ਕੀਤੀ ਜਾ ਸਕਦੀ, ਨਹੀਂ ਸਾਡੇ ਕੋਲੋਂ ਕਹੀ ਜਾ ਸਕਦੀ ਪਰਮੇਸ਼ਰ ਦੀ ਕੀਮਤ। ਕਿਉਂਕਿ ਵਾਹਿਗੁਰੂ ਪਰਮੇਸ਼ਰ ਜਿਹੜਾ ਵੱਡਾ ਸਾਰਿਆਂ ਤੋਂ ਤੇ ਬੇਅੰਤ ਹੈ, ਉਹਦੀ ਕੀਮਤ ਕੂਤ ਨੂੰ, ਉਹਦੇ ਅੰਦਾਜ਼ੇ ਨੂੰ, ਮਾਪ ਨੂੰ ਕੌਣ ਬਿਆਨ ਕਰ ਸਕਦਾ ਹੈ। ਉਹਦੀ ਕਦਰ ਕਥਨ ਨਹੀਂ ਕੀਤੀ ਜਾ ਸਕਦੀ। ਕੀਮਤ ਤੋਂ ਭਾਵ ਵਡਿਆਈ। ਜਿਸ ਮਨ ਵਸੈ ਨਾਰਾਇਣ, ਸੋ ਕਹੀਐ ਭਗਵੰਤ। ਜਿਸ ਜੀਵ ਦੇ ਮਨ ਅੰਦਰ ਵਸ ਜਾਂਦਾ ਨਾਰਾਇਣ ਪਰਮਾਤਮਾ, ਕੋਟਨ ਮੈਂ ਨਾਨਕ ਕੋ,
ਨਾਰਾਇਣ ਜਿਹ ਚੀਤ। ਸੋ ਇਸ ਪ੍ਰਕਾਰ ਜਿਸ ਦੇ ਮਨ ਵਿੱਚ ਨਾਰਾਇਣ ਪਰਮੇਸ਼ਰ ਵਸਦਾ ਹੈ, ਸੋ ਕਹੀਏ ਭਗਵੰਤ, ਉਸੇ ਨੂੰ ਕਹੀਦਾ ਹੈ। ਕਹਿਣਾ ਬਣਦਾ, ਕਹਿਣਾ ਚਾਹੀਦਾ ਹੈ ਕਿ ਇਹ ਬਹੁਤ ਉਤਕ੍ਰਿਸ਼ਟ ਭਾਗਾਂ ਵਾਲਾ ਹੈ, ਭਗਵੰਤ ਭਾਗਾਂਵੰਤ ਵਾਲਾ। ਸੋ ਇਸ ਪ੍ਰਕਾਰ ਇੰਜ ਵੀ ਅਰਥ ਹੈ ਕਿ ਉਹ ਭਗਵੰਤ ਸਰੂਪ ਹੀ ਹੈ, ਨਾਰਾਇਣ ਦਾ ਸਰੂਪ ਹੀ ਹੈ, ਜਿਹੜਾ ਦਿਨੇ ਰਾਤ ਪਰਮੇਸ਼ਰ ਅਕਾਲ ਪੁਰਖ ਨੂੰ ਜਪਦਾ, ਜਿਹਦੇ ਮਨ ਵਿੱਚ ਹੀ ਨਾਰਾਇਣ ਪਰਮਾਤਮਾ ਵਸਿਆ ਹੋਇਆ, ਉਹ ਨਾਰਾਇਣ ਭਗਵੰਤ ਅਕਾਲ ਪੁਰਖ ਦਾ ਸਰੂਪ ਹੀ ਹੈ ਅਤੇ ਬਹੁਤ ਉੱਚੇ ਭਾਗਾਂ ਵਾਲਾ ਹੈ। ਜੀ ਕੀ ਲੋਚਾ ਪੂਰੀ ਹੈ, ਮਿਲੈ ਸੁਆਮੀ ਕੰਤ। ਜੇ ਮਿਲ ਪਵੇ ਉਹ ਸਾਰਿਆਂ ਦਾ ਸੁਆਮੀ ਮਾਲਕ ਅਤੇ ਕੰਤ ਪਤੀ ਵਾਹਿਗੁਰੂ, ਤਾਂ ਜਿਹੜੀ ਸਾਡੀ ਜਿੰਦ ਦੀ ਲੋਚਾ ਇੱਛਾ ਹੈ ਉਹ ਪੂਰੀ ਹੋ ਜਾਏਗੀ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਹਰੀ ਪਰਮੇਸ਼ਰ ਨੂੰ ਜਪਦਾ ਹੈ ਉਹ ਆਤਮਿਕ ਜੀਵਨ ਦਾ ਮਾਲਕ ਬਣ ਜਾਂਦਾ, ਕਿਉਂਕਿ ਸਾਰੇ ਉਹਦੇ ਦੁੱਖ ਜਿਹੜੇ ਦੋਸ਼ ਨੇ ਨਾ, ਉਸ ਤਰ੍ਹਾਂ 5 ਵਿਕਾਰ ਮੰਨੇ ਨੇ, ਕਾਮ ਕ੍ਰੋਧ ਮੋਹ ਲੋਭ ਅਹੰਕਾਰ, ਤੇ 5 ਹੀ ਦੋਸ਼ ਇਸ ਜੀਵ ਦੇ ਅੰਦਰ ਮੰਨੇ ਨੇ, ਸ਼ਬਦ ਸਪਰਸ਼ ਰੂਪ ਰਸ ਤੇ ਗੰਧ। ਗੁਰੂ ਮਹਾਰਾਜ ਦੀ ਬਾਣੀ ਦਾ ਪਾਵਨ ਬਚਨ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹਿ ਤਾਂ ਕਿ ਕੇਤਕ ਆਸ। ਮ੍ਰਿਗ ਜਿਹੜਾ ਹਿਰਨ ਹੈ, ਘੰਡੇ ਹੇੜੇ ਦੇ ਸ਼ਬਦ ਦਾ ਸ਼ੌਕੀਨ ਹੈ, ਉਹਦੀ ਖਿੱਚ ਅੰਦਰ ਸ਼ਬਦ ਦੇ ਨਾਲ, ਉਹਦੇ ਮਨ ਅੰਦਰ ਰੱਬ ਨੇ ਐਸੀ ਖਿੱਚ ਪਾਈ ਹੋਈ ਹੈ। ਅਤੇ ਉਹ ਘੰਡੇ ਹੇੜੇ ਦਾ ਸ਼ਬਦ, ਜਿਹੜੇ ਸ਼ਿਕਾਰੀ ਹਨ ਉਹਨਾਂ ਨੂੰ ਪਤਾ ਹਿਰਨ ਦੀ ਕਮਜ਼ੋਰੀ ਦਾ, ਅਤੇ ਉਹ ਝਾੜੀਆਂ ਉੱਲੇ ਬੈਠ ਕੇ ਇੱਕ ਘੜੇ ਦੇ ਉੱਪਰ ਚਮੜਾ ਰੱਖ ਕੇ ਜਾਂ ਕਾਗਜ਼ ਰੱਖ ਕੇ ਅਤੇ ਉਹਦੇ ਵਿੱਚ ਛੇਕ ਕਰਕੇ ਅਤੇ ਧਾਗੇ ਦੇ ਨਾਲ ਖੰਭ ਬੰਨ੍ਹ ਕੇ ਹੇਠਾਂ ਵਹਾਉਂਦੇ ਆ ਘੜੇ 'ਚ, ਅਤੇ ਹੇਠਾਂ ਉੱਪਰ ਖਿੱਚਦੇ ਨੇ ਅਤੇ ਨਾਲ ਇੱਕ ਗੀਤ ਗਾਉਂਦੇ ਨੇ। ਸੋ ਇਸ ਪ੍ਰਕਾਰ ਜਦੋਂ ਉਹ ਹਿਰਨ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ ਤਾਂ ਉਹ ਦੌੜਿਆ ਭੱਜਿਆ ਆਉਂਦਾ, ਜਿੱਧਰੋਂ ਆਵਾਜ਼ ਆਏ ਉੱਧਰ ਨੂੰ, ਅਤੇ ਉਹ ਭੱਜਿਆ ਆਉਂਦਾ, ਉਹ ਜਿਹੜਾ ਘੜਾ ਉਹਦੇ ਨਾਲ ਆਪਣਾ ਕੰਨ ਲਾ ਦਿੰਦਾ, ਅਤੇ ਸ਼ਿਕਾਰੀ ਜਿਹੜੇ ਹਨ ਉਹ ਤੀਰਾਂ ਨਾਲ ਵਿੰਨ੍ਹ ਦਿੰਦੇ ਆ, ਹਿਰਨ ਮਾਰਿਆ ਗਿਆ, ਜੀਵਨ ਬਰਬਾਦ ਹੋ ਗਿਆ। ਮੀਨ ਮੱਛੀ ਨੂੰ ਜ਼ਬਾਨ ਦਾ ਚਸਕਾ ਹੈ, ਅਤੇ ਜਿਹੜੀ ਚੀਜ਼ ਪਾਣੀ 'ਚ ਦਿਸਦੀ ਆ ਉਹਨੂੰ ਮੂੰਹ 'ਚ ਪਾਉਂਦੀ ਹੈ ਛੇਤੀ ਨਾਲ, ਅਤੇ ਇਸ ਕਰਕੇ ਕੁੰਡੀ ਨਾਲ ਮਾਸ ਲਾ ਕੇ ਜਾਂ ਕੋਈ ਭੋਜਨ ਦਾ ਟੁਕੜਾ ਲਾ ਕੇ ਸੁੱਟਦੇ ਹਨ ਫੰਦਕ, ਮਾਛੀ ਲੋਕ, ਅਤੇ ਸੁੱਟਦੇ ਜਿਸ ਵੇਲੇ ਮੂੰਹ 'ਚ ਪਾਉਂਦੀ ਆ ਤਾਂ ਉਹ ਮੂੰਹ ਵਿੱਝ ਜਾਂਦਾ ਉਸ ਕੁੰਡੀ ਨਾਲ, ਅਤੇ ਖਿੱਚ ਕੇ ਬਾਹਰ ਸੁੱਟ ਕੇ ਅਤੇ ਇੰਝ ਕੀਮਾ ਕਰ ਦਿੰਦੇ ਆ, ਚਿੱਥ ਕੇ ਲੋਕ ਭੋਜਨ ਖਾਂਦੇ ਆ, ਬਣਾ ਕੇ ਮਰ ਜਾਂਦੀ ਤੜਫਦੀ ਹੋਈ। ਸੋ ਇਸ ਪ੍ਰਕਾਰ ਭ੍ਰਿੰਗ ਜਿਹੜਾ ਭੌਰਾ ਹੈ ਉਹ ਖੁਸ਼ਬੂ ਦਾ ਪ੍ਰੇਮੀ ਹੈ, ਅਤੇ ਕਮਲ ਫੁੱਲ ਦੇ ਉੱਪਰ ਆ ਕੇ ਬੈਠਦਾ, ਸ਼ਾਮਾਂ ਨੂੰ ਸੂਰਜ ਅਸਤ ਹੋਣ ਵੇਲੇ ਕਮਲ ਫੁੱਲ ਬੰਦ ਹੁੰਦਾ, ਅਤੇ ਉਹ ਭੌਰਾ ਗਲਤਾਨ ਹੋਇਆ ਮਕਰੰਦ ਰਸ, ਅਤੇ ਇਸ ਕਰਕੇ ਕਮਲ ਫੁੱਲ ਦੇ ਬੰਦ ਹੋਣ 'ਤੇ ਭੌਰਾ ਰਾਤੋਂ ਰਾਤ ਉਹਦੇ ਵਿੱਚ ਮਰ ਜਾਂਦਾ। ਫਿਰ ਸਵੇਰੇ ਹਕੀਮ ਲੋਕ, ਵੈਦ ਲੋਕ ਫੁੱਲ ਕਮਲ ਦੇ ਤੋੜ ਕੇ ਲਿਆਉਂਦੇ ਆ, ਕੜਾਹੇ ਤੇਲ ਦੇ ਵਿੱਚ ਤਲ ਕੇ ਉਹਦੀ ਦਵਾਈ ਬਣਾਉਂਦੇ, ਵਿੱਚ ਇਹ ਕੀਮਾ ਹੋ ਜਾਂਦਾ। ਸੋ ਇਸ ਪ੍ਰਕਾਰ ਬਰਬਾਦ ਹੋ ਜਾਂਦਾ। ਜੇ ਬੇਹੋਸ਼ ਵੀ ਹੋਏ ਜਿਉਂਦਾ ਤਾਂ ਵੀ ਤਲਿਆ ਜਾਂਦਾ ਤੇਲ 'ਚ, ਮਾਰਿਆ ਗਿਆ। ਪਤੰਗ ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ ਦਾ ਪ੍ਰੇਮੀ ਹੈ, ਅਤੇ ਜਿਸ ਵੇਲੇ ਦੀਵੇ ਜਗਦੇ ਹਨ ਆਉਂਦਾ ਭੰਬਟ ਉਹ ਪਤੰਗਾ, ਅਤੇ ਦੀਵੇ ਨਾਲ ਜਾਂ ਬਲਬ ਨਾਲ ਰੌਸ਼ਨੀ ਨਾਲ ਚੰਬੜ ਜਾਂਦਾ, ਅਤੇ ਸੇਕ ਦੇ ਨਾਲ ਛਾਤੀ ਲਾਲ ਸੁਰਖ ਹੋ ਜਾਂਦੀ, ਖੰਭ ਝੜ ਜਾਂਦੇ ਆ, ਨਾ ਉੱਡਣ ਜੋਗਾ ਨਾ ਕੁਛ ਜੀਵਨ ਉਹਦਾ ਰਹਿੰਦਾ, ਥੱਲੇ ਡਿੱਗ ਕੇ ਤੜਫ ਕੇ ਮਰ ਜਾਂਦਾ। ਕੁੰਚਰ ਜਿਹੜਾ ਹਾਥੀ ਹੈ, ਇਹ ਹੋਰ ਵੀ ਪ੍ਰਮਾਣ ਸਤਿਗੁਰਾਂ ਬਾਣੀ ਜਿੱਤੇ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕ ਸਹਿਓ ਸੀਸ। ਜਿਹੜਾ ਹਾਥੀ, ਇਹਨੂੰ ਸਪਰਸ਼ ਦਾ ਦੋਸ਼ ਬੜਾ ਪ੍ਰਬਲ ਹੈ, ਇਹਦੀ ਕਮਜ਼ੋਰੀ ਜਾਣ ਕੇ ਜਿਹੜੇ ਮਹਾਵਤ ਲੋਕ ਹੈ ਉਹ ਉਜਾੜ ਬਿਆਬਾਨ ਜਿੱਥੇ ਹਾਥੀ ਵੱਸਦੇ ਆ, ਉੱਥੇ ਨਜ਼ਦੀਕ ਇੱਕ ਬਹੁਤ ਵੱਡਾ ਟੋਆ ਪੁੱਟਦੇ ਜਿਹਦੇ 'ਚ ਹਾਥੀ ਵੜ ਸਕੇ। ਉੱਪਰ ਛੋਟੀਆਂ ਲੱਕੜਾਂ ਪਾ ਕੇ ਉੱਪਰ ਘਾਹ ਫੂਸ ਸੁੱਟ ਦਿੰਦੇ ਆ, ਅਤੇ ਕਾਗਜ਼ਾਂ ਦਾ ਕਲਬੂਤ ਬਣਾਇਆ ਹੁੰਦਾ ਹਥਣੀ ਵਰਗਾ ਉੱਪਰ ਖੜ੍ਹਾ ਕਰ ਦਿੰਦੇ, ਇਹ ਹਥਣੀ ਹੈ। ਜਿਸ ਵੇਲੇ ਹਾਥੀ ਆਉਂਦਾ ਸਪਰਸ਼ ਦੋਸ਼ ਦੇ ਅਧੀਨ ਹੋਇਆ, ਉਹ ਜਿਸ ਵੇਲੇ ਵਜ਼ਨਦਾਰ ਹਾਥੀ ਉਹਨਾਂ ਲੱਕੜਾਂ ਦੇ ਉੱਪਰ ਪਹੁੰਚਦਾ, ਅਤੇ ਉਹ ਟੋਆ ਥੱਲਿਓਂ ਬਹੁਤ ਵੱਡਾ ਹੁੰਦਾ ਖਾਲੀ, ਉਹਦੇ 'ਚ ਡਿੱਗ ਪੈਂਦਾ ਲੱਕੜਾਂ ਟੁੱਟਣ ਕਰਕੇ। ਫਿਰ ਉਹ ਮਹੀਨਾ ਭਰ ਦੁੱਖ ਦੇ ਕੇ ਅਤੇ ਭੁੱਖਾ ਧਿਆਇਆ ਰੱਖ ਕੇ ਫਿਰ ਉਹਨੂੰ ਅਧੀਨ ਕਰਕੇ ਬਾਹਰ ਕੱਢਦੇ ਆ, ਫਿਰ ਸਾਰੀ ਉਮਰ ਸਿਰ 'ਤੇ ਕੁੰਡੇ ਸਹਾਰਦਾ।
ਤਾਂ ਇਸ ਤਰ੍ਹਾਂ ਸਤਿਗੁਰਾਂ ਨੇ ਬਾਣੀ 'ਚ ਉਪਦੇਸ਼ ਦਿੱਤਾ ਕਿ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇੱਕ ਇੱਕ ਦੋਸ਼ ਉਹਨਾਂ ਅੰਦਰ ਹੈ ਤਾਂ ਵਿਨਾਸ਼ ਹੋ ਗਏ, ਉਹਨਾਂ ਦਾ ਸਤਿਆਨਾਸ਼ ਹੋ ਗਿਆ। ਤੇ ਪੰਚ ਦੋਖ ਅਸਾਧ ਜਾਮਹਿ ਤਾਂ ਕਿ ਕੇਤਗਾਸ। ਜਿਸ ਜੀਵ ਦੇ ਅੰਦਰ ਪੰਜੇ ਹੀ ਦੋਸ਼ ਨੇ, ਮਨੁੱਖ ਦੇ ਅੰਦਰ ਇਹ ਪੰਜੇ ਦੋਸ਼ ਪ੍ਰਬਲ ਨੇ, ਫਿਰ ਇਹਦੀ ਕੀ ਆਸ ਹੈ ਕਿ ਬਚ ਜਾਏਗਾ ਆਪਣੇ ਆਪ ਤੇ ਟੇਕ ਰੱਖ ਕੇ। ਇਹ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਬਚ ਸਕਦਾ ਹੈ। ਸੋ ਇਸ ਤਰ੍ਹਾਂ ਅਸਲੀ ਜੀਵਨ ਜਿਹੜਾ ਹੈ ਵਾਹਿਗੁਰੂ ਦੇ ਜਪਣ ਵਿੱਚ, ਸਿਮਰਨ ਵਿੱਚ ਹੀ ਇਸ ਨੂੰ ਪ੍ਰਾਪਤ ਹੋ ਸਕਦਾ ਹੈ। ਹਰੀ ਨੂੰ ਜਪ ਜਪ ਕੇ ਹੀ ਇਹ ਜਿਉਂਦਾ ਹੈ ਅਸਲ ਜੀਵਨ, ਆਤਮਿਕ ਜੀਵਨ ਇਹ ਜਿਉਂਦਾ ਹੈ। ਜਦੋਂ ਦੋਖ ਸਭੇ ਹੀ ਹੰਤ, ਸਾਰੇ ਦੋਸ਼ਾਂ ਦੀ ਨਿਵਰਤੀ ਹੋਏ, ਹੰਤ ਨਾਸ ਹੋਣਾ। ਜਦੋਂ ਇਸ ਦੇ ਸਾਰੇ ਦੋਸ਼ ਵਾਹਿਗੁਰੂ ਜੀ ਹੰਤ ਨਾਸ ਕਰ ਦੇਣ ਤਾਂ ਇਹ ਇਸ ਤਰ੍ਹਾਂ ਜਪ ਜਪ ਕੇ ਅਸਲੀ ਜੀਵਨ ਪ੍ਰਾਪਤ ਕਰ ਲੈਂਦਾ ਹੈ। ਉੱਥੇ ਜਾ ਕੇ ਦੋਸ਼ਾਂ ਦਾ ਪ੍ਰਭਾਵ ਨਹੀਂ ਰਹਿ ਜਾਂਦਾ। ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਦਿਨ ਤੇ ਰਾਤ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਨਹੀਂ ਭੁੱਲਦੇ ਹਨ, ਵਾਹਿਗੁਰੂ ਨਹੀਂ ਵਿਸਰਦਾ, ਸੋ ਜੰਤੋ ਜੀਵ ਜਿਹੜਾ ਹੈ ਹਰਿਆ ਭਰਿਆ ਹੋ ਜਾਂਦਾ। ਜਿਸ ਤਰ੍ਹਾਂ ਸੁੱਕੀ ਹੋਈ ਕੁਮਲਾਈ ਹੋਈ ਖੇਤੀ ਪਾਣੀ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਕਿਰਨਾਂ ਨਾਲ, ਵਿਕਾਰਾਂ ਦੀ ਤਪਸ਼ ਨਾਲ ਇਹ ਜੀਵ ਸੁੱਕ ਸੜ ਗਏ। ਹਰਿਆ ਹੋਣ ਤੋਂ ਮਤਲਬ ਹੈ ਕਿ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ। ਸ਼ੁਭ ਗੁਣਾਂ ਦੀ ਹਰਿਆਵਲਤਾ ਇਹਦੇ ਅੰਦਰ ਆਉਂਦੀ ਹੈ, ਜੀਵਨ ਸਨਿਗਧ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਇਹ ਜੀਵ ਹਰਿਆ ਭਰਿਆ ਹੋ ਜਾਂਦਾ ਹੈ। ਸਰਬ ਕਲਾ ਪ੍ਰਭ ਪੂਰਣੋ ਮੰਝ ਨਿਮਾਣੀ ਥਾਉ। ਵਾਹਿਗੁਰੂ ਅਕਾਲ ਪੁਰਖ ਸਾਰੀਆਂ ਕਲਾ ਕਰਕੇ ਪੂਰਨ ਹੈ, ਮੁਕੰਮਲ ਹੈ। ਆਮ ਤੌਰ 'ਤੇ ਸਨਾਤਨੀ ਲੋਕ ਕ੍ਰਿਸ਼ਨ ਜੀ ਅਤੇ ਰਾਮਚੰਦਰ ਜੀ ਨੂੰ ਭਗਵਾਨ ਪਰਮੇਸ਼ਰ ਦਾ ਸਰਗੁਣ ਸਰੂਪ ਮੰਨਦੇ ਨੇ ਵੀ ਭਗਵਾਨ ਹੀ ਹਨ, ਪਰਮਾਤਮਾ ਹੀ ਹਨ। ਪਰ ਨਾਲ ਇਹ ਵੀ ਲਿਖਿਆ ਹੋਇਆ ਵੀ ਰਾਮਚੰਦਰ ਜੀ ਦੇ ਅੰਦਰ 14 ਕਲਾ ਸਨ, ਕ੍ਰਿਸ਼ਨ ਜੀ ਦੇ ਪਾਸ 16 ਕਲਾ ਸੀ। ਪਰ ਅਕਾਲ ਪੁਰਖ ਤੇ ਅਨੰਤ ਕਲਾ ਦਾ ਮਾਲਕ ਹੈ। ਪਰਮਾਤਮਾ ਦੀਆਂ ਸ਼ਕਤੀਆਂ, ਕਲਾ ਨੂੰ ਤੇ ਗਿਣਿਆ ਮਿਣਿਆ ਨਹੀਂ ਜਾ ਸਕਦਾ। ਇਸ ਕਰਕੇ ਗਿਣਤੀ ਤਾਂ ਨਹੀਂ ਹੋ ਸਕਦੀ ਕਿ ਪਰਮਾਤਮਾ ਦੀਆਂ ਕਲਾ ਕਿੰਨੀਆਂ ਹਨ, ਬਿਲਕੁਲ ਨਹੀਂ ਹੋ ਸਕਦੀ। ਸਰਬ ਕਲਾ, ਸਾਰੀਆਂ ਕਲਾ ਸ਼ਕਤੀਆਂ ਕਰਕੇ ਪ੍ਰਭੂ ਅਕਾਲ ਪੁਰਖ ਜੀ ਪੂਰਨ ਹਨ। ਮੰਝ ਨਿਮਾਣੀ ਥਾਓ, ਮੰਝ ਮੈਂ ਨਿਮਾਣੀ ਮਾਣ ਤੋਂ ਰਹਿਤ ਹਾਂ ਤੇ ਮੇਰਾ ਥਾਉ ਪਰਮੇਸ਼ਰ ਹੈ। ਅਕਾਲ ਪੁਰਖ ਜੋ ਸਾਰੀਆਂ ਕਲਾ ਕਰਕੇ ਪੂਰਨ ਹੈ, ਉਹ ਮੇਰਾ ਥਾਉ ਮਤਲਬ ਆਸਰਾ ਹੈ। ਮੇਰੇ ਆਸਰੇ ਦੀ ਜਗ੍ਹਾ ਵਾਹਿਗੁਰੂ ਪਰਮੇਸ਼ਰ ਹੈ, ਮੇਰਾ ਟਿਕਾਣਾ ਉਹ ਹੈ। ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾਂ ਨਾਉ। ਮੈਂ ਹਰੀ ਪਰਮੇਸ਼ਰ ਦੀ ਮਨ ਹੀ ਮਨ ਅੰਦਰ ਓਟ ਗਹੀ ਗ੍ਰਹਿਣ ਕੀਤੀ ਹੈ ਤੇ ਜਪ ਜਪ ਕੇ ਉਸ ਦੇ ਨਾਮ ਨੂੰ ਮੈਂ ਜਿਉਂਦਾ ਜਾਗਦਾ ਹੋਇਆ। ਮੈਨੂੰ ਅਸਲੀ ਜੀਵਨ ਮਿਲਿਆ। ਮੈਂ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਜਿਸ ਨਾਮ ਦਾ ਆਖਣਾ ਬੜਾ ਔਖਾ ਹੈ, ਉਹ ਉਸ ਨਾਮ ਨੂੰ ਮੈਂ ਆਖਾਂ ਤਾਂ ਮੈਂ ਜਿਉਣਾ ਹਾਂ, ਜੇ ਛੱਡ ਦਿਆਂ ਤਾਂ ਮੇਰੀ ਮੌਤ ਹੈ। ਸੋ ਇਹ ਭਗਤ ਦੀ, ਗੁਰਮੁਖ ਪਿਆਰੇ ਦੀ ਅਵਸਥਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਐਸੇ ਵਾਹਿਗੁਰੂ ਨੂੰ ਜਪ ਜਪ ਕੇ ਮੈਂ ਜਿਉਂਦਾ ਜਾਗਦਾ ਹਾਂ। ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ। ਸਾਨੂੰ ਸਿੱਖਿਆ ਦੇ ਰਹੇ ਨੇ ਭਈ ਆਪ ਨਾਮ ਜਪ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰੋ, ਪਰ ਸ਼ਰਨ 'ਚ ਪੈ ਕੇ ਰਹੋ ਤੇ ਬੇਨਤੀਆਂ ਕਰਦੇ ਰਹੋ ਕਿ ਹੇ ਵਾਹਿਗੁਰੂ ਜੀ ਆਪਣੀ ਕਿਰਪਾ ਕਰੋ ਕਿ ਜਿਹੜੇ ਤੁਹਾਡੇ ਜਨ ਹਨ ਨਾ, ਸੰਤ ਜਨ ਪੁੱਗੇ ਹੋਏ ਮਹਾਤਮਾ, ਤੁਹਾਡਾ ਸਿਮਰਨ ਕਰਨ ਵਾਲੇ, ਉਹਨਾਂ ਦੀ ਜਿਹੜੀ ਧੂੜੀ ਹੈ, ਚਰਨ ਧੂੜ, ਪੈਰਾਂ ਦੀ ਮਿੱਟੀ ਹੈ ਨਾ, ਉਸ ਦੇ ਸੰਗ ਸਾਥ ਮੈਂ ਸਮਾ ਜਾਵਾਂ। ਭਾਵ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਹੀ ਮੈਂ ਸਮਾਇਆ ਜਾਵਾਂ। ਧੂੜੀ ਸੰਗ ਲੁਡੰਦੜੀ ਸੋਹਾ ਨਾਨਕ ਤੈਂ ਸਹਿ ਨਾਲੇ। ਸੋ ਇਸ ਪ੍ਰਕਾਰ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਸੋ ਇਸ ਤਰ੍ਹਾਂ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਮੈਂ ਕਰਾਂ। ਜਿਵੇਂ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਹੈ ਸੁਖਮਨੀ ਸਾਹਿਬ ਦੇ ਅੰਦਰ, ਜਾਚਕ ਜਨ ਜਾਚਾ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ। ਇਸ ਪ੍ਰਕਾਰ ਦੀਆਂ ਦਾਤਾਂ ਮੰਗੀਆਂ ਹਨ, ਸਾਨੂੰ ਸਿੱਖਿਆ ਦਿੱਤੀ ਹੈ ਭਈ ਇਸ ਤਰ੍ਹਾਂ ਨਿਮਰਤਾ ਧਾਰ ਕੇ ਬੇਨਤੀਆਂ ਕਰਦੇ ਰਹਿਣਾ। ਮਹਾਰਾਜ ਸਾਡੇ 'ਤੇ ਐਸੀ ਕਿਰਪਾ ਕਰੋ, ਤੁਹਾਡੇ ਜਨਾਂ ਦੀ ਚਰਨ ਧੂੜੀ ਦੇ ਅੰਦਰ ਮੈਂ ਸਮਾਇਆ ਰਵਾਂ। ਜਿਉਂ ਤੂੰ ਰੱਖ ਹੈ ਤਿਉ ਰਹਾ, ਤੇਰਾ ਦਿੱਤਾ ਪਹਿਨਾ ਖਾਓ। ਹੇ ਵਾਹਿਗੁਰੂ, ਮੈਂ ਤੇਰਾ ਦਿੱਤਾ ਹੀ ਪਹਿਨਦਾ ਹਾਂ ਬਸਤਰ ਆਦਿਕ,
ਤੇਰਾ ਦਿੱਤਾ ਹੀ ਮੈਂ ਖਾਂਦਾ ਹਾਂ। ਤੇ ਵਾਹਿਗੁਰੂ ਜੀ, ਜਿਸ ਤਰ੍ਹਾਂ ਜਿਸ ਭਾਣੇ 'ਚ ਤੁਸੀਂ, ਜਿਸ ਅਵਸਥਾ 'ਚ ਜਿਸ ਤਰ੍ਹਾਂ ਹੀ ਤੁਸੀਂ ਰੱਖੋ। ਜੈ ਬੈਸਾ ਲਹਿ ਤਾਂ ਬੈਸਾ ਸੁਆਮੀ, ਜੈ ਭੇਜਹਿ ਤੈ ਜਾਵਾਂ। ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸੋ ਇਸ ਪ੍ਰਕਾਰ ਜੋ ਰਾਜ ਦੇਹ ਤਾਂ ਕਵਨ ਵਡਾਈ। ਜੋ ਇਸ ਤਰ੍ਹਾਂ ਰਾਜ ਬਖਸ਼ੋਗੇ ਤਾਂ ਸਾਡੀ ਵਡਿਆਈ ਕਾਹਦੀ। ਘਾਸ ਵਢਾਵੈ ਕੇਤਕ ਬੋਲਾ, ਜੇ ਘਾਹ ਵਢਾਉਣ ਲੱਗ ਪਓ ਸੱਚੇ ਪਾਤਸ਼ਾਹ ਸਾਡੇ ਤੋਂ ਤਾਂ ਫਿਰ ਵੀ ਕਿਆ, ਸਾਡਾ ਕੀ ਲੈ ਚੱਲਿਆ। ਇਸ ਪ੍ਰਕਾਰ ਮਹਾਰਾਜ ਇਹ ਪੈਜ ਤੁਹਾਡੀ ਹੈ, ਜਿਉਂ ਤੂੰ ਰਾਖੈ ਤਿਉਂ ਰਹਾ। ਜਿਸ ਤਰ੍ਹਾਂ ਵੀ ਤੁਸੀਂ, ਜਿਸ ਹਾਲ ਵਿੱਚ ਵੀ ਸੱਚੇ ਪਾਤਸ਼ਾਹ ਤੁਸੀਂ ਰੱਖੋ, ਮੈਂ ਉਸੇ ਤਰ੍ਹਾਂ ਰਹਾਂ, ਕਿਉਂਕਿ ਮੈਂ ਤੇਰਾ ਹੀ ਸਭ ਕੁਝ ਦਿੱਤਾ ਹੋਇਆ ਪਹਿਨਦਾ ਹਾਂ। ਕੱਪੜੇ ਆਦਿਕ ਤੇਰਾ ਦਿੱਤਾ ਹੋਇਆ ਮੈਂ ਸੱਚੇ ਪਾਤਸ਼ਾਹ ਖਾਂਦਾ ਹਾਂ, ਭੋਜਨ ਆਦਿਕ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਹੇ ਵਾਹਿਗੁਰੂ ਜੀ, ਆਪ ਦੇ ਚਰਨਾਂ 'ਚ ਬੇਨਤੀ ਹੈ, ਇਹ ਹੋਰ ਉਦਮ ਬਥੇਰੇ ਜੀਵ ਕਰਦਾ। ਜਿਵੇਂ ਬਚਨ ਹਨ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਹੋਰ ਆਹਰ ਉਦਮ ਬੜੇ ਕਰਦਾ ਫਿਰਦਾ ਇਹ ਜੀਵ, ਪਰ ਇੱਕ ਆਹਰ ਉਦਮ ਇਹਦੇ ਕੋਲੋਂ ਨਹੀਂ ਹੁੰਦਾ। ਜਿਤ ਆਹਰ, ਜਿਸ ਉਦਮ ਕਰਕੇ ਸਾਰਾ ਜਗਤ ਉਧਰ ਸਕਦਾ, ਸੰਸਾਰ ਸਮੁੰਦਰ ਤੋਂ ਅਸੀਂ ਤਰ ਸਕਦੇ ਹਾਂ। ਵਿਰਲਾ ਬੂਝੈ ਕੋਈ, ਉਸ ਉਦਮ ਬਾਰੇ ਕੋਈ ਵਿਰਲਾ ਹੀ ਬੁੱਝਦਾ ਹੈ। ਜਿਵੇਂ ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਦੀ ਕਾਟ। ਉਦਮ ਕਰੋ ਵੱਡ ਭਾਗੀ ਹੋ, ਸਿਮਰੋ ਹਰ ਹਰ ਰਾਏ। ਸੋ ਇਸ ਪ੍ਰਕਾਰ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆ ਸੁਖ ਪੁੰਚ। ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਇਸ ਪ੍ਰਕਾਰ ਮਹਾਰਾਜ ਨੇ ਸਿੱਖਿਆ ਦਿੱਤੀ ਹੈ। ਇਹ ਮਨੁੱਖ ਦੀ ਹਾਲਤ ਹੈ, ਹੋਰ ਕੰਮਾਂ ਵਾਸਤੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸੋ ਇਸ ਪ੍ਰਕਾਰ ਆਲਸ ਕਰਦਾ। ਜਿਸ ਵੇਲੇ ਪਰਮੇਸ਼ਰ ਦੇ ਨਾਮ ਸਿਮਰਨ ਦਾ ਵਕਤ ਹੁੰਦਾ ਹੈ, ਉਸ ਵੇਲੇ ਆਲਸ ਬੜਾ ਕਰਦਾ ਅਤੇ ਹੋਰ ਕੰਮਾਂ, ਬੁਰਿਆਂ ਕੰਮਾਂ ਵਾਸਤੇ ਬੜਾ ਤਤਪਰ ਹੋ ਜਾਂਦਾ। ਗੱਲਾਂ ਬਾਤਾਂ ਕਰਨ ਲਈ, ਨਿੰਦਿਆ ਚੁਗਲੀ ਕਰਨ ਵਾਸਤੇ ਬੜਾ ਸਮਾਂ ਇਹਦੇ ਪਾਸ। ਪਰ ਵਾਹਿਗੁਰੂ ਦਾ ਨਾਮ ਜਪਣਾ ਹੋ ਜੇ, ਸੁਣਨਾ ਪੈ ਜੇ, ਤਾਂ ਹਜ਼ੂਰ ਕਹਿੰਦੇ ਨੇ, ਨਾਮ ਸੁਣਤ ਜਨ ਬਿਛੂ ਡਸਾਨਾ। ਰੱਬ ਦਾ ਨਾਮ ਸੁਣਦਿਆਂ ਤਾਂ ਇੰਝ ਹੁੰਦਾ ਜਿਵੇਂ 70,000 ਬਿਛੂ ਡੰਗ ਮਾਰ ਗਏ, ਮੌਤ ਹੀ ਹੋ ਗਈ ਹੈ। ਹੇ ਵਾਹਿਗੁਰੂ ਜੀ, ਉਹ ਉਦਮ ਸਾਡੇ ਪਾਸੋਂ ਤੁਸੀਂ ਬਖਸ਼ਿਸ਼ ਕਰਕੇ ਕਰਾਓ, ਜਿਸ ਉਦਮ ਦੇ ਤਹਿਤ ਮਿਲ ਸਾਧੂ ਗੁਣ ਗਾਓ। ਜਿਸ ਉਦਮ ਕਰਕੇ ਮਹਾਰਾਜ ਸਾਧੂ ਸਤਿਗੁਰਾਂ ਨੂੰ ਮਿਲ ਕੇ, ਸਾਧੂ ਪੁੱਗੇ ਹੋਏ ਸਾਧਾਂ ਸੰਤਾਂ ਨੂੰ ਮਿਲ ਕੇ, ਗੁਰਮੁਖ ਪਿਆਰਿਆਂ ਨੂੰ, ਮਨ ਸਾਧਣ ਵਾਲਿਆਂ ਨੂੰ ਮਿਲ ਕੇ ਤੁਹਾਡੇ ਗੁਣਾਂ ਅਨੁਵਾਦ ਨੂੰ ਮੈਂ ਗਾਉਂਦਾ ਰਹਾਂ ਸੱਚੇ ਪਾਤਸ਼ਾਹ। ਦੂਜੀ ਜਾਏ ਨਾ ਸੁਝਈ, ਕਿੱਥੈ ਕੂਕਣ ਜਾਓ। ਹੋਰ ਦੂਜੀ ਕੋਈ ਜਾਏ ਨਾਮ ਜਗ੍ਹਾ ਦਾ, ਹੋਰ ਦੂਜੀ ਕੋਈ ਥਾਂ ਹੀ ਨਹੀਂ ਸੁੱਝਦੀ ਸੱਚੇ ਪਾਤਸ਼ਾਹ, ਕੋਈ ਦਿਖਾਈ ਨਹੀਂ ਦਿੰਦੀ। ਹੋਰ ਦੂਜੀ ਜਗ੍ਹਾ ਦਾ ਗਿਆਨ ਹੀ ਨਹੀਂ ਹੈ ਜਿੱਥੇ ਜਾ ਕੇ ਸੱਚੇ ਪਾਤਸ਼ਾਹ ਅਸੀਂ ਫਰਿਆਦ ਕਰੀਏ। ਕਿੱਥੇ ਮੈਂ ਕੂਕਣ ਵਾਸਤੇ, ਫਰਿਆਦੀ ਬਣ ਕੇ ਫਰਿਆਦ ਕਰਨ ਵਾਸਤੇ ਜਾਵਾਂ। ਹੋਰ ਤੁਹਾਡੇ ਤੋਂ ਬਗੈਰ ਤਾਂ ਥਾਂ ਹੀ ਕੋਈ ਨਹੀਂ ਦਿਸਦੀ ਮਹਾਰਾਜ, ਕੋਈ ਸਮਰੱਥਾਵਾਨ ਹੈ ਹੀ ਨਹੀਂ। ਅਗਿਆਨ ਬਿਨਾਸਨ ਤਮ ਹਰਣ, ਉੱਚੇ ਅਗਮ ਅਮਾਓ। ਜਿਹੜਾ ਸਾਡੇ ਅੰਦਰ ਅਗਿਆਨ ਛਾਇਆ ਹੋਇਆ ਨਾ, ਗਿਆਨ ਦਾ ਅਭਾਵ ਹੋ ਰਿਹਾ, ਜੋ ਅਗਿਆਨ ਹੀ ਗਿਆਨ ਛਾਇਆ ਹੋਇਆ, ਭਾਵ ਗਿਆਨ ਤੋਂ ਸਖਣੇ ਹਾਂ। ਇਸ ਅਗਿਆਨ ਨੂੰ ਵਿਨਾਸ਼ ਕਰਨ ਵਾਲੇ ਤਮ ਹਰਣ, ਤਮ ਨਾਮ ਹਨੇਰੇ ਦਾ, ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਸਾਡੇ ਅੰਦਰ। ਇਸ ਤਮ ਨੂੰ ਹਰਨ ਵਾਲੇ, ਨਾਸ਼ ਕਰਨ ਵਾਲੇ ਤੁਸੀਂ ਮਹਾਰਾਜ ਉੱਚੇ ਹੋ, ਸਭ ਤੋਂ ਉੱਚੇ, ਅਗਮ ਮਨ ਦੀ ਪਹੁੰਚ ਤੋਂ ਪਰੇ ਹੋ। ਅਤੇ ਅਮਾਓ ਸੱਚੇ ਪਾਤਸ਼ਾਹ, ਬੇਅੰਦਾਜ਼ਾ ਹੋ, ਅਮਾਪ ਹੋ, ਅਮਿਣਵੇਂ ਹੋ। ਸੱਚੇ ਪਾਤਸ਼ਾਹ ਕਿੱਡੇ ਕੁ ਵੱਡੇ ਹੋ, ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਮਨ ਵਿਛੜਿਆ ਹਰ ਮੇਲੀਐ, ਨਾਨਕ ਇਹੋ ਸਵਾਓ। ਸੱਚੇ ਪਾਤਸ਼ਾਹ ਸਾਡਾ ਮਨ ਤੁਹਾਥੋਂ ਵਿਛੜਿਆ ਹੋਇਆ, ਅਤੇ ਹਰੀ ਜੀ ਆਪਣੇ ਨਾਲ ਮੇਲ ਲਵੋ। ਮੇਰੇ ਤਾਂ ਜੀਵਨ ਦਾ ਇਹੋ ਸੁਭਾਅ ਪ੍ਰਯੋਜਨ ਮਨੋਰਥ ਹੀ ਇਹ ਹੈ ਸਾਡਾ। ਸਾਡੇ ਮਨੁੱਖਾ ਜਨਮ ਦਾ ਤਾਂ ਸੁਭਾਅ ਪ੍ਰਯੋਜਨ ਮਨੋਰਥ ਮਤਲਬ ਹੀ ਇਹ ਹੈ। ਅਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹ ਮਨ ਸਾਡਾ ਤੁਹਾਥੋਂ ਵਿਛੜਿਆ ਹੋਇਆ। ਹੇ ਹਰੀ ਜੀ, ਇਸ ਵਿਛੜੇ ਹੋਏ ਮਨ ਨੂੰ ਆਪਣੇ ਨਾਲ ਮੇਲ ਲਵੋ ਕਿਰਪਾ ਕਰਕੇ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੇ ਪਾਓ। ਹੇ ਹਰੀ ਜੀ, ਜਿਸ ਦਿਨ ਮੈਂ ਸਤਿਗੁਰਾਂ ਦੇ ਚਰਨ ਪਰਸਾਂ, ਉਸ ਦਿਨ ਸਾਰੇ ਸੁੱਖ ਮੈਨੂੰ ਮਿਲ ਗਏ, ਕੋਈ ਪਿੱਛੇ ਸੁੱਖ ਨਹੀਂ ਰਹਿ ਗਿਆ। ਸਾਰੀਆਂ ਕਲਿਆਣਾ ਭਲਾ, ਕਲਿਆਣ ਭਲਾ ਇਹਦਾ ਨਾਮ ਹੈ। ਕਲਿਆਣ ਜਿਹੜਾ ਸੁਖ ਆਨੰਦ ਦਾ ਸਰੀਰਕ ਤੌਰ 'ਤੇ ਅਰੋਗਤਾ ਦਾ, ਅਤੇ ਇਸੇ ਤਰ੍ਹਾਂ ਜਿਹੜਾ ਆਨੰਦ ਹੈ, ਸੁਖ ਹੈ, ਸਾਰੇ ਕਲਿਆਣ ਭਲੇ ਸੁਖ ਆਨੰਦ ਉਸ ਦਿਨ ਪ੍ਰਾਪਤ ਹੋਏ।
हे हरि जी, जिस दिन मैं सतगुरां दे पाओ चरनां नूं परसां। सो इस प्रकार सच्चे पातशाह जी ने ये दिन रैण, दिन ते रात, ये इस बाणी राਹੀਂ सच्चे पातशाह जी ने सानू उपदेश दिता। इस बाणी का सिरलेख है दिन रैण, भाव दिने रात बंदगी विच, सिमरन विच, सेवा 'ਚ जिन्ना वध समां बतीत किया जा सके। क्योंकि भई प्राप्त मानुख देहुरीआ, गोबिंद मिलन की ये तेरी बरीआ। अवर काज तेरा कितै न काम, मिल साध संगत भज केवल नाम। मनुखा देही जो प्राप्त हुई है, ये गोबिंद परमेश्वर अकाल पुरख नूं मिलन दी वारी है। सो होर जिहड़े काम असीं कारोमदार करदे आ, उन्हां नूं असीं मुख रखिया होया ते ये जिहड़े खास कारज है जीवन दे करन वाले ने, ये साडा वहम भरम है, अज्ञानता है। असली मुख प्रयोजन इस मनुखा देही दा तां वाहिगुरू नूं मिलना है। सो इस तरह साध संग 'ਚ मिल के केवल भजन करना परमेश्वर का मुख काम तां इह है। बाकी गौण कर्म ने, बाकी काम दूजे नंबर दे हन। क्योंकि वाहिगुरू का भजन करन लई, सेवा भगती कमाउण वास्ते सरीर तंदुरुस्त चाहिदा। जीवन है मिलिया ते इहनूं जीवन चंगी ढंग नाल बतीत करन वास्ते कपड़े पहिरने पैंदे ने, खाना पैंदा, छत भी चाहिदी है ते आदਿਕ होर गुजारे मात्र प्रबंध चाहिए। संसार ते रहना जदों तक शरीर है, पर इनू मुख प्रयोजन नहीं समझ लेना चाहिए भी हाए धन बहुता नहीं इकट्ठा होया, बहुते वड्डे महल नहीं बने, बहुती वड्डी जायदाद नहीं बनी। क्योंकि सारा कुछ संबंध जिहड़ा इन्हां पदार्थां नालों, शरीरां नालों, सब नालों टुट जाना ते साडी आत्मा दे नाल सहाई होण वाला तां वाहिगुरू दा सिमरन ही है। साधु जनां दी कीती संगत, गुरमुख प्यारिਆਂ दी सतगुरु दी कमाई हुई सेवा ते अकाल पुरख दा जपिया होया नाम, इउं सतसंगत दी कीती हुई सेवा सतसंगीਆਂ दी, ये दातां साडे नाल निभण वालीਆਂ ਹਨ। बाकी जिहड़ा संसार दा मोह है, पदार्थां दा मोह है, झूठा ही है। क्योंकि सब कुछ तां नाशवंत है, शरीर तो शुरू हो के शरीर समेत सब कुछ नाशवंत है। यही सतगुरु महाराज जी ने इस बाणी राਹੀਂ सानू समझाया है। होईयां भुल्लां चुकां सतगुरु महाराज ते गुरु की संगत ने खिमा करनियां, अगे वास्ते सुमत बख्शणी जी। वाहिगुरू जी का खालसा, वाहिगुरू जी की फतेह।